ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 379 ਤੇ 379 ਅੱਧ ਵਿਚਲੇ ਜੇ ਹੈ 36 ਨੰਬਰ ਤੋਂ ਬਾਅਦ ਆਸਾ ਮਹਿਲਾ ਪੰਜਵਾਂ। ਰਾਗ ਦਾ ਨਾਂ ਹੈ ਆਸਾ। ਮਹਿਲਾ ਪੰਜਵਾਂ ਦਾ ਮਤਲਬ ਹੈ ਪੰਜਵਾਂ ਗੁਰੂ ਪੰਚਮ ਪਾਤਸ਼ਾਹ। ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਨੇ, ਤੂੰ ਬੇਅੰਤ ਅਵਿਗਤ ਅਗੋਚਰ, ਇਹ ਸਭ ਤੇਰਾ ਆਕਾਰ। ਹੈ ਪਰਮਾਤਮਾ, ਤੂੰ ਬੇਅੰਤ ਹੈ, ਅਵਿਗਤ ਜਿਹੜਾ ਦਿਖਾਈ ਨਾ ਦੇਵੇ, ਤੂੰ ਅਦ੍ਰਿਸ਼ਟ ਹੈ, ਅਗੋਚਰ ਜਿਹੜਾ ਪਕੜਿਆ ਨਾ ਜਾ ਸਕੇ, ਤੂੰ ਅਪਕੜ ਹੈ। ਤੂੰ ਬੇਅੰਤ ਹੈ, ਤੂੰ ਅਦ੍ਰਿਸ਼ਟ ਹੈ, ਤੂੰ ਅਪਕੜ ਹੈ, ਇਹ ਸਭ ਤੇਰਾ ਆਕਾਰ। ਇਹ ਜੋ ਕੁਛ ਵੀ ਤੂੰ ਬਣਾਇਆ ਤੇਰਾ ਹੀ ਆਕਾਰ ਹੈ। ਕਿਆ ਹਮ ਜੰਤ ਕਰੇ ਚਤੁਰਾਈ, ਜਾਂ ਸਭ ਕੁਛ ਤੁਝੇ ਮੰਝਾਰ। ਮੰਝਾਰ ਹੁੰਦਾ ਵਿੱਚ, ਜਦੋਂ ਸਾਰਾ ਕੁਝ ਤੇਰੇ ਵਿੱਚ ਹੈ, ਭਾਵ ਜੋ ਸਾਰਾ ਕੁਝ ਤੇਰਾ ਬਣਾਇਆ ਹੋਇਆ ਹੈ, ਤਾਂ ਅਸੀਂ ਵਿਚਾਰੇ ਜੰਤ ਕੀ ਚਤੁਰਾਈ ਕਰ ਸਕਦੇ ਹਾਂ? ਅਸੀਂ ਕੀ ਆਪਣੀ ਸਿਆਣਪ ਵਰਤ ਸਕਦੇ ਹਾਂ? ਤੂੰ ਜਿਹੋ ਜਿਹਾ ਸਾਨੂੰ ਬਣਾਤਾ ਹੈ ਉਹੋ ਜਿਹੇ ਅਸੀਂ ਹੋ ਗਏ ਹਾਂ। ਮੇਰੇ ਸਤਿਗੁਰ ਆਪਣੇ ਬਾਲਕ ਰੱਖੋ ਲੀਲਾ ਧਾਰ। ਲੀਲਾ ਧਾਰਨ ਦਾ ਕਲਾ ਵਰਤਾ ਕੇ, ਹੇ ਮੇਰੇ ਸਤਿਗੁਰ, ਹੇ ਮੇਰੇ ਪਰਮਾਤਮਾ, ਅਸੀਂ ਤੇਰੇ ਬਾਲਕ ਹਾਂ। ਆਪਣੀ ਕਲਾ ਵਰਤਾ ਕੇ ਸਾਡੀ ਰੱਖਿਆ ਕਰੋ। ਦੇਹੋ ਸੁਮਤ, ਇਹਨੂੰ ਸੁਮਤ ਨਹੀਂ ਪੜ੍ਹ ਦੇਣਾ। ਸੁਮਤ ਹੁੰਦਾ ਚੰਗੀ ਮਤ, ਕੁਮਤ ਹੁੰਦਾ ਭੈੜੀ ਮਤ। ਮਤ ਤੇ ਸਾਰਿਆਂ 'ਚ ਹੀ ਹੁੰਦੀ ਹੈ, ਕਿਸੇ 'ਚ ਸਮਤ ਹੁੰਦੀ ਹੈ, ਕਿਸੇ 'ਚ ਕੁਮਤ ਹੁੰਦੀ ਹੈ। ਜਿਵੇਂ ਪੁੱਤਰ ਤੇ ਸਾਰੇ ਹੀ ਨੇ, ਕੋਈ ਸਪੁੱਤਰ ਹੈ, ਕੋਈ ਕਪੁੱਤਰ ਹੈ। ਸੋ ਇਸ ਪ੍ਰਕਾਰ ਦੇਹੋ ਸਮਤ ਸਦਾ ਗੁਣ ਗਾਵਾਂ, ਮੇਰੇ ਠਾਕੁਰ ਅਗੰਮ ਅਪਾਰ। ਇਹਨੂੰ ਅਗਮ ਨਹੀਂ ਪੜ੍ਹਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਇਸ ਨੂੰ ਅਗੰਮ ਪੜ੍ਹਨਾ। ਗੰਮ ਹੁੰਦਾ ਪਹੁੰਚਣਾ, ਅਗੰਮ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ। ਹੇ ਪਰਮਾਤਮਾ, ਤੂੰ ਅਗੰਮ ਹੈ, ਅਪਾਰ, ਤੂੰ ਬੇਅੰਤ ਹੈ। ਦੇਹੋ ਸਮਤ, ਮੈਨੂੰ ਸਮਤ ਦਿਓ, ਸਦਾ ਗੁਣ ਗਾਵਾਂ, ਤਾਂ ਜੋ ਮੈਂ ਤੇਰੇ ਸਦਾ ਗੁਣ ਗਾ ਸਕਾਂ। ਹੇ ਮੇਰੇ ਅਪਹੁੰਚ ਬੇਅੰਤ ਪਰਮਾਤਮਾ, ਮੈਨੂੰ ਸਮਤ ਦਿਓ ਤਾਂ ਜੋ ਸਦਾ ਹੀ ਮੈਂ ਤੁਹਾਡੇ ਗੁਣ ਗਾਉਂਦਾ ਰਹਾਂ। ਰਹਾਉ ਜੈਸੇ ਜਨਨ ਜਠਰ ਮੈਂ ਪ੍ਰਾਣੀ, ਉਹ ਰਹਿਤਾ ਨਾਮ ਆਧਾਰ। ਜਨਨ ਜਨਨੀ, ਹਿੰਦੀ ਦਾ ਸ਼ਬਦ ਹੈ ਜਨਨੀ। ਜਨਨ ਹੁੰਦਾ ਪੈਦਾ ਕਰਨਾ, ਜਨਨੀ ਪੈਦਾ ਕਰਨ ਵਾਲੀ, ਭਾਵ ਮਾਂ। ਜੈਸੇ ਜਨਰ ਜਠਰ, ਜਠਰ ਹੁੰਦਾ ਪੇਟ, ਮਹਿ ਪ੍ਰਾਣੀ। ਜਿਵੇਂ ਮਾਤਾ ਦੇ ਪੇਟ ਵਿੱਚ ਬੱਚਾ ਹੁੰਦਾ ਹੈ, ਉਹ ਰਹਿਤਾ ਨਾਮ ਆਧਾਰ, ਉਹ ਪਰਮਾਤਮਾ ਦੇ ਨਾਮ ਦੇ ਆਸਰੇ ਜਿਉਂਦਾ। ਹਾਲਾਂਕਿ ਪੁੱਠਾ ਲਟਕ ਰਿਹਾ ਹੁੰਦਾ, ਉਹਦੇ ਨਾਮ ਦੇ ਆਸਰੇ ਜਿਉਂਦਾ। ਉਹਨੂੰ ਸੋਝੀ ਹੁੰਦੀ ਹੈ, ਇਸ ਲਈ ਨਾਮ ਜਪਦਾ ਰਹਿੰਦਾ। ਜਦੋਂ ਸਾਨੂੰ ਵੀ ਸੋਝੀ ਆ ਜਾਏਗੀ, ਅਸੀਂ ਫਿਰ ਨਾਮ ਜਪਦੇ ਰਹਾਂਗੇ। ਆਨੰਦ ਕਰੈ ਸਾਸ ਸਾਸ ਸੰਭਾਰੈ,
ਨਾ ਪੋਹੈ ਅਗਨਾਰ। ਬੱਚਾ ਆਨੰਦ ਨਾਲ ਰਹਿ ਰਿਹਾ ਹੈ, ਪਰਮਾਤਮਾ ਸਵਾਸ ਸਵਾਸ ਉਹਨੂੰ ਸੰਭਾਲ ਕਰ ਰਿਹਾ ਉਹਦੀ। ਨਾ ਪੋਹੈ ਅਗਨਾਰ, ਅਗਨਾਰ ਦੀ ਅੱਗ, ਮਾਂ ਦੇ ਪੇਟ ਦੀ ਅੱਗ ਉਹਨੂੰ ਛੂੰਹਦੀ ਵੀ ਨਹੀਂ ਹੈ। ਪੋਹ ਹੁੰਦਾ ਛੂਹਣਾ, ਕਿਉਂਕਿ ਪਰਮਾਤਮਾ ਨੇ ਐਸਾ ਸਿਸਟਮ ਬਣਾਇਆ, ਬੱਚੇ ਦੇ ਦੁਆਲੇ ਜੇਰ ਹੁੰਦੀ ਹੈ, ਇੱਕ ਪਰਦਾ ਜਿਹਾ ਹੁੰਦਾ ਹੈ ਜਿਹੜਾ ਕਿ ਮਾਤਾ ਦੇ ਪੇਟ ਦਾ ਪਾਣੀ, ਗੰਧ, ਮੰਦ, ਗਰਮੀ ਉਹਦੇ ਅੰਦਰ ਨਹੀਂ ਜੜ ਦਿੰਦਾ, ਉਹਨੂੰ ਲੱਗਣ ਨਹੀਂ ਦਿੰਦਾ। ਇਸ ਲਈ ਉਹਨੂੰ ਮਾਤਾ ਦੇ ਪੇਟ ਦੀ ਅੱਗ ਛੋਹ ਨਹੀਂ ਸਕਦੀ। ਪਰਮਾਤਮਾ ਦੀ ਸਵਾਸ ਸਵਾਸ ਸੰਭਾਲ ਕਰਦਾ ਹੈ, ਇਸ ਲਈ ਉਹ ਆਨੰਦ ਕਰਦਾ। ਪਰ ਧਨ, ਪਰ ਦਾਰਾ, ਪਰ ਨਿੰਦਾ, ਇਨ ਸਿਓ ਪ੍ਰੀਤ ਨਿਵਾਰ। ਕਹਿੰਦੇ ਭਈ ਪਰਾਇਆ ਧਨ, ਪਰ ਦਾਰਾ, ਬਗਾਨੀ ਔਰਤ, ਪਰ ਨਿੰਦਾ, ਦੂਜਿਆਂ ਦੀ ਨਿੰਦਾ, ਇਨ ਸਿਓ ਪ੍ਰੀਤ ਨਿਵਾਰ। ਇਹਨਾਂ ਦਾ ਪਿਆਰ ਛੱਡ, ਬਗਾਨੇ ਧਨ ਦਾ ਪਿਆਰ ਛੱਡ, ਬਗਾਨੀ ਔਰਤ ਦਾ ਪਿਆਰ ਛੱਡ, ਦੂਜਿਆਂ ਦੀ ਨਿੰਦਾ ਕਰਨੀ ਛੱਡ ਦੇ। ਕਹਿੰਦੇ ਤਿੰਨ ਕੰਮ ਨਹੀਂ ਕਹਿੰਦੇ ਕਰਨਾ। ਕਿਸੇ ਦਾ ਧਨ ਨਹੀਂ ਚੁਰਾਉਣਾ, ਕਿਸੇ ਬਗਾਨੀ ਔਰਤ ਦਾ ਕੋਈ ਬਦਫੈਲੀ ਨਹੀਂ ਕਰਨੀ, ਦੂਜਿਆਂ ਦੀ ਨਿੰਦਿਆ ਨਹੀਂ ਕਰਨੀ। ਕਹਿੰਦੇ ਇਹਨਾਂ ਦੀ ਪ੍ਰੀਤ ਛੱਡ ਦੇ। ਚਰਨ ਕਮਲ ਸੇਵੀ ਰਿਦ ਅੰਤਰ, ਗੁਰ ਪੂਰੇ ਕੈ ਆਧਾਰ। ਪੂਰੇ ਗੁਰੂ ਦਾ ਓਟ ਆਸਰਾ ਲੈ ਕੇ ਪਰਮਾਤਮਾ ਦੇ ਚਰਨ ਕਮਲਾਂ ਦਾ ਹਿਰਦੇ ਦੇ ਵਿੱਚ ਸੇਵਾ ਕਰੋ, ਭਾਵ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ। ਪਰਮਾਤਮਾ ਦੇ ਚਰਨ ਕਮਲ ਕੀ ਨੇ? ਉਹਦਾ ਨਾਮ। ਸੇਵੀ ਸੇਵਾ ਕਰਨਾ, ਭਾਵ ਸਿਮਰਨ ਕਰਨਾ। ਪੂਰੇ ਗੁਰੂ ਦੇ ਓਟ ਆਸਰੇ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪੋ। ਕਰਦੇ ਗ੍ਰਹਿ, ਇਹਨੂੰ ਗ੍ਰਹਿ ਨਹੀਂ ਪੜ੍ਹਦੇ ਨਾ। 99% ਪਾਠੀ ਕੀਰਤਨੀਏ ਕਥਾਕਾਰ ਇਹਨੂੰ ਗ੍ਰਹਿ ਬੋਲ ਦਿੰਦੇ ਨੇ। ਜਾਂ ਤੇ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਜਾਂ ਤੇ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਤੇ ਜਾਂ ਉਹ ਚੱਜ ਨਾਲ ਵੇਖਦੇ ਹੀ ਨਹੀਂ ਹੈਗੇ। ਗ੍ਰਹਿ ਸੁਣ ਲਿਆ, ਦੂਜਾ ਵੀ ਗ੍ਰਹਿ, ਤੀਜਾ ਵੀ ਗ੍ਰਹਿ, ਚੌਥਾ ਵੀ ਗ੍ਰਹਿ, ਅੱਗੇ ਭੇਡ ਚਾਲ ਵਾਂਗੂ ਬੋਲ ਜਾਂਦੇ। ਗ੍ਰਹਿ ਹੁੰਦੇ ਨੇ ਧਰਤੀ ਦੇ ਦੁਆਲੇ 9 ਗ੍ਰਹਿ ਨੇ, ਸੂਰਜ ਦੇ ਦੁਆਲੇ, ਜਿਨ੍ਹਾਂ 'ਚ ਧਰਤੀ ਵੀ ਇੱਕ ਗ੍ਰਹਿ ਹੈ, ਮੰਗਲ ਗ੍ਰਹਿ ਹੈ, ਬੁੱਧ ਗ੍ਰਹਿ ਹੈ, ਬ੍ਰਹਸਪਤ ਗ੍ਰਹਿ ਹੈ, ਸ਼ਨੀ ਗ੍ਰਹਿ ਹੈ। ਇਹ ਗ੍ਰਹਿ ਨੇ ਜਿਹੜੇ ਕਿ ਸੂਰਜ ਦੇ ਦੁਆਲੇ ਘੁੰਮਦੇ ਹਨ। ਜਿਹੜਾ ਹੁੰਦਾ ਗ੍ਰਹਿ ਸਿਹਾਰੀ ਨਾਲ, ਉਹ ਹੁੰਦਾ ਘਰ। ਗ੍ਰਹਿ ਹਿੰਦੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਘਰ। ਗ੍ਰਹਿ ਮੰਦਰ ਮਹਿਲਾ ਜੋ ਦੀਸੇ, ਨਾ ਕੋਈ ਸੰਗਾਰ। ਜਿਹੜੇ ਘਰ, ਮੰਦਰ ਬਹੁਤ ਬਹੁਤ ਵਧੀਆ ਘਰ। ਇੱਥੇ ਮੰਦਰ ਟੈਂਪਲ ਨੂੰ ਨਹੀਂ ਸਮਝ ਲੈਣਾ, ਬਹੁਤ ਵਧੀਆ ਘਰ ਨੂੰ ਗੁਰਬਾਣੀ 'ਚ ਮੰਦਰ ਲਿਖਿਆ ਹੋਇਆ। ਬਹੁਤ ਵਧੀਆ ਘਰ। ਮਹਿਲਾ ਭਾਵ ਮਹਿਲ, ਜਿਵੇਂ ਰਾਜੇ ਦੇ ਮਹਿਲ ਹੁੰਦੇ ਨੇ। ਜੋ ਦਿਸੇ, ਜੋ ਦਿਖਾਈ ਦੇ ਰਹੇ ਹਨ, ਨਾ ਕੋਈ ਸੰਗਾਰ। ਸੰਗਾਰ ਹੁੰਦਾ ਨਾਲ ਨਹੀਂ ਜਾਣਾ, ਕਿਸੇ ਸੰਗੀ ਨਹੀਂ ਕੋਈ। ਤੇਰੇ ਮਰਨ ਤੋਂ ਬਾਅਦ ਕਿਸੇ ਨੇ ਕਹਿੰਦੇ ਤੇਰੇ ਨਾਲ ਨਹੀਂ ਜਾਣਾ, ਇੱਥੇ ਹੀ ਰਹਿ ਰੂ ਜਾਣਾ। ਜਬ ਲਗ ਜੀਵੇਂ ਕਲੀ ਕਾਲ ਮੈਂ, ਜਨ ਨਾਨਕ ਨਾਮ ਸੰਭਾਰ। ਕਲੀ ਕਾਲ ਭਾਵ ਇਸ ਜੀਵਨ ਵਿੱਚ ਜਿੰਨਾ ਸਮਾਂ ਵੀ ਤੂੰ ਜਿਉਂਦਾ ਹੈ ਨਾ, ਉਨਾ ਸਮਾਂ ਕਦੇ ਨਾਮ ਜਪਦਾ ਰਹਿ। ਨਾਮ ਸੰਭਾਰ, ਨਾਮ ਨੂੰ ਯਾਦ ਕਰ, ਨਾਮ ਜਪਦਾ ਰਹਿ। ਘਰ, ਮੰਦਰ, ਮਹਿਲ ਜਿਹੜੇ ਵਿਖਾਈ ਦੇ ਰਹੇ ਨੇ, ਕੋਈ ਨਾਲ ਨਹੀਂ ਜਾਣਾ। ਇਸ ਲਈ ਜਿੰਨਾ ਚਿਰ ਤੂੰ ਜਿਉਂਦਾ ਨਾ, ਉਹਨਾਂ ਚਿਰ ਕਦੇ ਨਾਮ ਜਪੀ ਜਾ।
गृह मंदिर महला जो दिसै, गृह मंदिर महला जो दिसै, ना कोई संगार, ना कोई संगार, जब लग जी में कली काल में, 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 जन नानक नाम समार, जन नानक नाम समार, नाम समार, जन नानक नाम समार। सो इसलिए कहते ये नहीं कि असी घर नहीं बनाना भी साढ़े नाल नहीं जाने जी, महल नहीं बनाने नाल नहीं जाने, बनाना सब कुछ ही है, पर याद रखना इन्हों ने नाल नहीं जाना, नाल जाना नाम ने। इसलिए कहते जिन्ना समा भी तू जिਉਂਦਾ है ना उन्ना चिर नाम जपी जा। इन्हां नूं घरां नूं वेख के तो सिर्फ परमात्मा का शुकराना करना, सच्चे पातशाह तेरी किन्नी किरपा है, तू रहण नूं किन्ना सुंदर कर दिता है। आसा घर तीजा महला पंजवां, राग दा नां है आसा, इहनूं घर तीजे दे च गाउणा है। महला पंजवां पंचम पातशाह दी बाणी है। एक ओंकार सतगुर प्रसाद, एक ओंकार पा परमात्मा, सतगुर प्रसाद का मतलब गुरु की किरपा नाल मिलता है। परमात्मा गुरु की किरपा नाल मिलता है। राज मिलक जोबन गृह शोभा, रूपवंत जुआनी, बहुत दर्ब हस्ती अर घोड़े, लाल लाख बै आनी। राज मिलक पा मिलख पा प्रॉपर्टी जायदाद, जोबन जुआनी, गृह घर, शोभा वडियाई, रूपवंत सुंदरता, जुआनी जुआनी, बहुत दर्ब, दर्ब हुंदा धन, बहुत धन, हस्ती हाथी अर अते घोड़े, लाल लाख बै आनी, बै हुंदा खरीदना, कह जो लखां लाल भी खरीद लियावे। किसे कोले राज होवे, मिलक जायदाद होवे, जुआनी होवे, घर होवे, उहदी शोभा होवे, वो बड़ा सुंदर होवे, बड़ा जवान होवे, बहुत दरब बहुत धन होवे, हस्ती हाथी होण अर घोड़े अते उहदे कोल घोड़े होण अते लखां लाल उहने खरीदे होए होण। आगे दरगाह काम न आवे, छोड़ चले अभिमानी। बंदा इन्हां चीज़ां नूं वेख के हंकार करदा है। जिहड़ा हंकार करे उहनूं की कहदे ने? हंकारी, अभिमानी। पर आगे दरगाह काम ना आवे, दरगाह दे विच इन्हां ने काम नहीं आउणा। छोड़ चला अभिमानी, ये हंकारी बंदा इन्हां नूं छड्ड के चला जांदा है। इन्हां नूं इत्थे ही छड्ड के चला जांदा, जिन्हां दा हंकार करदा सारी उमर भी मेरे को राज है जी, मेरे को बड़ी जायदाद है जी, मैं बड़ा जवान हाँ जी, मेरा बड़ा वधिया घर है, मेरी लोग वडियाई करते हैं, मैं बड़ा सोहना, मैं बड़ा जवान हाँ, मेरे को बहुत धन है, मेरे को हाथी ने, मेरे को घोड़े ने, लखां लाल ने।
ਕਹਿੰਦੇ ਇਹਨਾਂ ਦਾ ਬੰਦਾ ਹੰਕਾਰ ਕਰਦਾ, ਪਰ ਇੱਥੇ ਹੀ ਸਭ ਕੁਝ ਛੱਡ ਕੇ ਚਲੇ, ਕਿਉਂਕਿ ਦਰਗਾਹ 'ਚ ਕੰਮ ਨਹੀਂ ਹੁੰਦਾ। ਕਾਹੇ ਏਕ ਬਿਨਾ ਚਿਤ ਲਾਈਐ, ਹੇ ਇਨਸਾਨ ਇੱਕ ਪਰਮਾਤਮਾ ਤੋਂ ਬਿਨਾ ਹੋਰ ਤੂੰ ਕਿਉਂ ਕਿਸੇ ਨਾਲ ਮਨ ਲਾ ਰਿਹਾ? ਮਨ ਲਾਉਣਾ, ਚਿੱਤ ਲਾਉਣਾ ਤੇ ਪਰਮਾਤਮਾ ਦੇ ਨਾਮ ਨਾਲ ਲਾਉਣਾ। ਕਹਿੰਦਾ ਇਹਨਾਂ ਉੱਪਰਲੀਆਂ ਚੀਜ਼ਾਂ ਨਾਲ ਕਿਉਂ ਮਨ ਲਾਈ ਬੈਠਾ? ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ। ਉੜਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਦਾ ਹੀ ਹਰੀ ਨੂੰ ਧਿਆਉਂਦੇ ਰਹਿਣਾ ਚਾਹੀਦਾ। ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਚੀਜ਼ ਨਾਲ ਚਿੱਤ ਨਹੀਂ ਲਾਉਣਾ ਚਾਹੀਦਾ। ਸਗੋਂ ਉੜਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਭਾਵ ਹਰ ਵਕਤ ਸਦਾ 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 ਹੀ ਹਰੀ ਨੂੰ ਧਿਆਉਣਾ ਹੈ, ਉਹਨੂੰ ਯਾਦ ਕਰਦੇ ਰਹਿਣਾ। ਕਾਹੇ ਏਕ ਬਿਨਾ ਚਿਤ ਲਾਈਐ, ਕਾਹੇ ਏਕ ਬਿਨਾ ਚਿਤ ਲਾਈਐ। ਊਠਤ ਬੈਠਤ ਸੋਵਤ ਜਾਗਤ, ਊਠਤ ਬੈਠਤ ਸੋਵਤ ਜਾਗਤ। ਸਦਾ ਸਦਾ ਹਰ ਧਿਆਈਐ, ਸਦਾ ਸਦਾ ਹਰ ਧਿਆਈਐ। ਕਿਉਂਕਿ ਇਹਨਾਂ ਚੀਜ਼ਾਂ ਵੱਲੋਂ ਸਾਡਾ ਧਿਆਨ ਹਟੇਗਾ ਤਾਂ ਹੀ ਪਰਮਾਤਮਾ ਵੱਲ ਲੱਗੇਗਾ ਨਾ। ਇਸ ਲਈ ਕਹਿੰਦੇ ਕਾਹੇ ਮੈਨੇ ਕਿਉਂ, ਏਕ ਬਿਨਾ, ਇੱਕ ਪਰਮਾਤਮਾ ਬਿਨਾ ਕਿਉਂ ਹੋਰਾਂ ਚੀਜ਼ਾਂ ਨਾਲ ਚਿੱਤ ਲਾਉਣਾ? ਸਗੋਂ ਉੜਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਦਾ ਹੀ ਪਰਮਾਤਮਾ ਦਾ ਨਾਮ ਜਪੀ ਜਾਣਾ। ਰਹਾਉ ਮਹਾਂ ਬਚਿੱਤਰ ਸੁੰਦਰ ਅਖਾੜੇ, ਰਣ ਮੈਂ ਜਿੱਤੇ ਪਵਾੜੇ। ਹੋਂ ਮਾਰੂੰ ਹੋਂ ਬੰਧੋਂ ਛੋਡੂੰ, ਮੁਖ ਤੇ ਏਵ ਬਵਾੜੇ। ਮਹਾਂ ਬਚਿੱਤਰ, ਵਿਚਿੱਤਰ ਹੈਰਾਨ ਕਰ ਦੇਣ ਵਾਲੇ, ਸੁੰਦਰ ਅਖਾੜੇ ਹੋਣ। ਅਖਾੜਾ ਉੱਥੇ ਜਿੱਥੇ ਕੁਸ਼ਤੀਆਂ ਕਰਦੇ ਨੇ, ਉਹਨੂੰ ਥਾਂ ਨੂੰ ਅਖਾੜਾ ਕਹਿੰਦੇ। ਬੜੇ ਸੋਹਣੇ ਵਿਚਿੱਤਰ ਅਖਾੜੇ ਹੋਣ। ਰਣ ਮੈਂ ਜਿੱਤੇ ਪਵਾੜੇ, ਪਵਾੜੇ ਹੁੰਦਾ ਲੜਾਈਆਂ, ਅਤੇ ਕੁਝ ਰਣ ਭਾਵ ਲੜਾਈ ਦੇ ਮੈਦਾਨ 'ਚ ਕੋਈ ਲੜਾਈਆਂ ਜਿੱਤ ਵੀ ਲਵੇ। ਬੜੇ ਸੁੰਦਰ ਅਖਾੜਿਆਂ 'ਚ ਕੁਸ਼ਤੀ ਜਿੱਤ ਲਏ, ਲੜਾਈਆਂ ਜਿੱਤ ਲਏ। ਫਿਰ ਉਹ ਕੀ ਕਹਿੰਦਾ? ਹੋਂ ਮਾਰੋਂ ਹੋਂ ਬੰਧੋਂ ਛੋਡੋਂ, ਮੁਖ ਤੇ ਏਵ ਬਵਾੜੇ। ਬਵਾੜੇ ਹੁੰਦਾ ਬੋਲਦਾ ਹੈ, ਫਿਰ ਮੂੰਹ ਤੋਂ ਇਸ ਤਰ੍ਹਾਂ ਬੋਲਦਾ, ਮੈਂ ਤੈਨੂੰ ਮਾਰ ਦਿਆਂਗਾ, ਮੈਂ ਤੈਨੂੰ ਬੰਨ੍ਹ ਲਾਂਗਾ, ਮੇਰੀ ਮਰਜ਼ੀ ਤੈਨੂੰ ਛੱਡ ਦਿਆਂ। ਤੂੰ ਕੀ ਸਮਝਦਾ? ਕਰਾਂ ਕਹਿੰਦਾ ਹਾਂ, ਹੰਕਾਰ 'ਚ ਹੋ ਗਿਆ। ਪਰ ਕਹਿੰਦੇ ਆਇਆ ਹੁਕਮ ਪਾਰ ਬ੍ਰਹਮ ਕਾ, ਛੋੜ ਚੱਲਿਆ ਏਕ ਦਿਹਾੜੇ। ਜਦੋਂ ਪਰਮਾਤਮਾ ਦਾ ਹੁਕਮ ਆ ਜਾਣਾ, ਚੱਲ ਬਈ ਸੱਜਣਾ, ਫਿਰ ਕਿਸੇ ਨਾ ਕਿਸੇ ਦਿਨ ਸਭ ਕੁਝ ਛੱਡ ਛੁਡਾ ਕੇ ਤੂੰ ਤੁਰ ਜਾਣਾ। ਕਰਮ ਧਰਮ ਜੁਗਤ ਬਹੁ ਕਰਤਾ, ਕਰਨੈ ਹਾਰ ਨਾ ਜਾਣੈ। ਬੜੇ ਧਾਰਮਿਕ ਕਰਮ ਕਰਦਾ ਹੈ, ਬੜੀਆਂ ਜੁਗਤੀਆਂ ਨਾਲ ਕਰਦਾ ਹੈ, ਪਰ ਕਦੇ ਰੱਬ ਨੂੰ ਨਹੀਂ ਜਾਣਦਾ। ਰੱਬ ਨੂੰ ਨਹੀਂ ਜਾਣਦਾ, ਉਹਦਾ ਨਾਮ ਨਹੀਂ ਜਪਦਾ ਹੈਗਾ, ਵਿਖਾਵੇ ਦੇ ਧਾਰਮਿਕ ਕਰਮ ਕਰਦਾ ਰਹਿੰਦਾ ਹੈ। ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਨੈ। ਤਤ ਸ਼ਬਦ ਹੁੰਦਾ ਗੁਰਬਾਣੀ, ਗੁਰੂ ਦਾ ਸ਼ਬਦ ਜਿਹੜਾ ਹੈਗਾ। ਦੂਜਿਆਂ ਨੂੰ ਉਪਦੇਸ਼ ਕਰਦਾ ਹੈ, ਆਪ ਨਾ ਕਮਾਵੇ। ਜੋ ਦੂਜਿਆਂ ਨੂੰ ਕਹਿੰਦਾ ਆਪ ਉਸ ਤਰ੍ਹਾਂ ਕਰਦਾ ਨਹੀਂ ਹੈਗਾ। ਜੇ ਮੈਂ ਤੈਨੂੰ ਅੰਮ੍ਰਿਤ ਵੇਲੇ ਉੱਠਿਆ ਕਰੋ ਜੀ, ਆਪ 6 ਵਜੇ ਤੇ ਸੁੱਤਿਆ ਰਹਾਂ, ਫਿਰ ਨਹੀਂ ਗੱਲ ਬਣੇਗੀ। ਦੂਜਿਆਂ ਨੂੰ ਉਪਦੇਸ਼ ਕਰਨਾ ਧਰਮ ਅਨੁਸਾਰ ਬਹੁਤ ਔਖਾ ਹੈ।
ਧਰਮ ਕਹਿੰਦਾ ਤੁਸੀਂ ਪਹਿਲਾਂ ਆਪ ਉਹ ਕਰੋ ਜਿਹੜਾ ਦੂਜਿਆਂ ਨੂੰ ਕਹਿਣਾ। ਆਪ ਉਹ ਕਰੋ। ਜਿਵੇਂ ਇੱਕ ਲੜਕੀ ਮੇਰੇ ਕੋਲ ਪੜ੍ਹਦੇ ਸੀ, ਮੈਂ ਤੂੰ ਕਿੰਨੇ ਵਜੇ ਉੱਠਦੀ ਹੈ? ਕਹਿੰਦੀ ਸਵੇਰੇ 4 ਵਜੇ ਉੱਠਦੀ ਹੈ। ਸਰਦੀਆਂ ਦੀ ਗੱਲ ਸੀ। ਮੈਂ ਤੈਨੂੰ ਕੌਣ ਉਠਾਉਂਦਾ? ਕਹਿੰਦੇ ਮੇਰੀ ਮਾਂ ਉਠਾਉਂਦੀ ਸੀ। ਮੈਂ ਫਿਰ ਕੀ ਕਰਦੀ ਹੈ? ਕਹਿੰਦੇ ਮੈਨੂੰ ਕਹੇ ਤੂੰ ਮੂੰਹ ਹੱਥ ਧੋ ਲੈ, ਮੈਂ ਤੇਰੇ ਲਈ ਚਾਹ ਬਣਾਉਣੀ। ਮੈਂ ਮੂੰਹ ਹੱਥ ਧੋ ਲੈਂਦੀ ਹਾਂ, ਮੇਰੇ ਲਈ ਚਾਹ ਦਿੰਦੀ, ਮੈਂ ਚਾਹ ਪੀ ਲੈਂਦੀ। ਫਿਰ ਮੈਂ ਕਿਹਾ ਤੇਰੀ ਮਾਂ ਫਿਰ ਕੀ ਕਰਦੀ ਹੈ? ਕਹਿੰਦੇ ਉਹ ਨਾ ਮੇਰੇ ਕੋਲ ਹੀ ਬੈਠ ਜਾਂਦੀ ਹੈ, ਜਾਂ ਪਾਠ ਕਰਦੀ ਰਹਿੰਦੀ ਹੈ ਜਾਂ ਕੋਈ ਸਵੈਟਰ ਬੁਣਦੀ ਰਹਿੰਦੀ ਹੈ, ਤਾਂ ਜੋ ਮੈਂ ਸੌਂ ਨਾ ਜਾਵਾਂ ਇਕੱਲੀ, ਮੇਰੇ ਕੋਲ ਬੈਠੀ ਰਹਿੰਦੀ ਹੈ। ਇਸ ਲਈ ਮੇਰਾ ਵੀ ਜੀਅ ਲੱਗਾ ਰਹਿੰਦਾ ਹੈ ਵੀ ਅਸੀਂ ਦੋ ਹਾਂ, ਉਹ ਜਾਗਦੀ ਹੈ। ਤੁਸੀਂ ਦੇਖਿਆ ਨਾ ਬੱਸ 'ਤੇ ਲਿਖਿਆ ਹੁੰਦਾ ਪਹਿਲੀ ਦੂਜੀ ਸੀਟ 'ਤੇ ਸੌਣਾ ਮਨ੍ਹਾ ਹੈ। ਇਸੇ ਲਈ ਹੈ ਕਿ ਉਹ ਕੰਡਕਟਰ ਦੇ ਖੱਬੇ, ਡਰਾਈਵਰ ਦੇ ਖੱਬੇ ਪਾਸੇ ਹੁੰਦੀ ਹੈ। ਉਹਨੂੰ ਸੁੱਤਿਆਂ ਨੂੰ ਵੇਖ ਕੇ ਉਹਨੂੰ ਵੀ ਨੀਂਦ ਆ ਸਕਦੀ ਹੈ। ਸੰਗਤ ਦਾ ਅਸਰ ਤਾਂ ਪਏਗਾ। ਦੋ ਸੌਂ ਰਹੇ ਨੇ, ਤੀਜੇ ਨੂੰ ਵੀ ਨੀਂਦ ਆ ਸਕਦੀ। ਇਸ ਲਈ ਕਹਿੰਦੇ ਪਹਿਲੀ ਦੂਜੀ ਤੀਜੀ ਸੀਟ 'ਤੇ ਸੌਣਾ ਮਨ੍ਹਾ ਹੈ ਲਿਖਿਆ ਹੁੰਦਾ। ਇਸ ਨੂੰ ਜਾਗਦੇ ਰਹਿੰਦੇ। ਸੋ ਬੱਚਿਆਂ ਨੂੰ ਸਹੀ ਪਾਸੇ ਲਾਉਣ ਲਈ ਮਾਂ ਪਿਓ ਨੂੰ ਆਪ ਵੀ ਯਤਨ ਕਰਨਾ ਪੈਂਦਾ। ਇਹ ਨਹੀਂ ਕਿ ਬੱਚੇ ਨੇ ਕਿ ਉੱਠੋ ਤੁਸੀਂ ਵੀ ਉੱਠੋ, ਆਪ ਫਿਰ ਉਹਨੇ ਉਠਾ ਕੇ ਆਪ ਸੁੱਤੇ ਰਹਿਣ। ਅਤੇ ਜਵਾਕਾਂ ਦਾ ਇਹੀ ਚਾਹੀਦਾ ਮਾਂ ਪਿਓ ਸੌਂ ਜਾਣ, ਅਸੀਂ ਵੀ ਸੌਂ ਜਾਈਏ ਬਸ। ਕਈ ਬੱਚੇ ਤਾਂ ਮੈਂ ਦੇਖਿਆ ਜਿੰਨਾ ਚਿਰ ਮਾਂ ਕੋਲ ਬੈਠੀ ਪੜ੍ਹਾ ਰਹੀ ਹੈ ਨਾ, ਉਨਾ ਚਿਰ ਪੜ੍ਹਦਾ। ਮਾਂ ਉੱਠ ਕੇ ਰਸੋਈ ਚਲੀ ਗਈ ਨਾ, ਬਸ ਪੜ੍ਹਨੋਂ ਹਟ ਜਾਂਦਾ। ਇਹ ਤਾਂ ਮਤਲਬ ਹੈ ਜਵਾਕ ਜਿਹੜੇ ਛਿੱਤਰ ਖਾ ਕੇ ਪੜ੍ਹਦੇ ਨੇ। ਸਰਕਾਰ ਨੇ ਕਦੇ ਛਿੱਤਰ ਮਾਰਨੇ ਨਹੀਂ, ਹੁਣ ਆਪੇ ਨਾ ਵਿਗੜ ਵੁਗੜ ਜਾਣਾ। ਇਸ ਲਈ ਕਹਿੰਦੇ ਉਪਦੇਸ਼ ਕਰੇ ਆਪ ਨਾ ਕਮਾਵੇ। ਦੂਜਿਆਂ 'ਤੇ ਉਪਦੇਸ਼ ਕਰਦਾ ਪਰ ਆਪ ਉਸ ਉਪਦੇਸ਼ 'ਤੇ ਨਹੀਂ ਚੱਲਦਾ। ਤਤ ਸ਼ਬਦ ਨਾ ਪਛਾਣੋ, ਨਾ ਹੀ ਉਹਨੂੰ ਕਹਿੰਦੇ ਜਿਹੜੀ ਬਾਣੀ ਹੈ ਇਹਦਾ ਕੋਈ ਗਿਆਨ ਹੈ। ਹੁਣ ਬਾਣੀ ਦਾ ਵੀ ਕੋਈ ਗਿਆਨ ਨਹੀਂ। ਗੁਰੂ ਮਹਾਰਾਜ ਕੀ ਕਹਿੰਦੇ ਨੇ? ਨਾਂਗਾ ਆਇਆ ਨਾਂਗੋ ਜਸੀ, ਜਿਉਂ ਹਸਤੀ ਖਾਕ ਛਨ। ਖਾਕ ਕੱਕੇ ਦੇ ਪੈਰ 'ਚ ਬਿੰਦੀ ਲਾ ਕੇ ਪਹਿਲਾਂ ਫਾਰਸੀ ਦਾ ਸ਼ਬਦ ਹੈ ਮਿੱਟੀ। ਉਸ ਤੋਂ ਬਣੇ ਖਾਕੀ ਰੰਗ, ਮਿੱਟੀ ਰੰਗ। ਖਾਕੀ ਰੰਗ ਦੀਆਂ ਵਰਦੀਆਂ ਪਾਈਆਂ ਹੁੰਦੀਆਂ ਹਨ। ਪਿੰਡਾਂ ਜਾ ਕੇ ਖਾਕੀ ਰੰਗ ਪਏ, ਬੋਲਣਾ ਨਹੀਂ ਸੀ ਹੁੰਦਾ। ਖਾਕੀ ਖਾਕੀ ਰੰਗ, ਖਾਕ ਮਿੱਟੀ ਨੂੰ ਕਹਿੰਦੇ। ਨਾਂਗਾ ਆਇਆ ਨਾਂਗੋ ਜੈਸੇ, ਵੀ ਨਾ ਕੁਛ ਲੈ ਕੇ ਆਇਆ ਨਾ ਕੁਛ ਤੋਂ ਲੈ ਕੇ ਜਾਣਾ। ਆ ਭਾਵੇਂ ਨੰਗੇ ਤੋਂ ਨਾ ਕੁਛ ਸੰਸਾਰ 'ਚ ਲੈ ਕੇ ਆਇਆ ਸੀ, ਇਕੱਲੇ ਹੀ ਆਇਆ ਸੀ, ਇਕੱਲੇ ਹੀ ਇੱਥੋਂ ਜਾਣਾ, ਨਾ ਕੁਛ ਲੈ ਕੇ ਜਾਣਾ। ਜਿਉਂ ਹਸਤੀ ਖਾਕ ਚਾਨਾ, ਹਸਤੀ ਹੁੰਦਾ ਹਾਥੀ, ਖਾਕ ਮਿੱਟੀ। ਜਿਵੇਂ ਹਾਥੀ ਨੂੰ ਤੁਸੀਂ ਨਹਾਓ, ਉਹ ਫਿਰ ਆਪਣੀ ਸੁੰਡ 'ਚ ਮਿੱਟੀ ਪਾ ਕੇ ਨਾ ਆਪਣੇ ਉੱਤੇ ਪਾ ਲੈਂਦਾ, ਫਿਰ ਆਪਣੇ ਲਪੇਟ ਲੈਂਦਾ। ਜੈਸਾ ਨਹਾਤਾ ਜੈਸਾ ਨਾ ਨਹਾਤਾ, ਪਹਿਲੀ ਹਾਲਤ 'ਚ ਆ ਜਾਂਦਾ। ਸੰਤ ਸੱਜਣ ਸੁਣੋ ਸਭ ਮੀਤਾ, ਝੂਠਾ ਇਹ ਪਸਾਰਾ। ਇਹ ਜਿਹੜਾ ਸਾਰਾ ਸੰਸਾਰ ਵਿਖਾਈ ਦੇ ਰਿਹਾ ਨੇ, ਇਹ ਤਾਂ ਝੂਠਾ ਹੈ, ਭਾਵ ਬਿਨਸ ਜਾਣ ਵਾਲਾ ਹੈ। ਝੂਠੇ ਸੱਚੇ ਦੇ ਇੱਥੇ ਭਾਵ ਨਹੀਂ ਹੈ। ਗੁਰਬਾਣੀ 'ਚ ਸੱਚਾ ਉਹਨੂੰ ਕਹੇ ਜਿਹੜਾ ਸਦਾ ਰਹਿਣ ਵਾਲਾ ਹੈ, ਝੂਠਾ ਉਸ ਨੂੰ ਕਹੇ ਜੋ ਬਿਨਸ ਜਾਣ ਵਾਲਾ ਹੈ। ਇਹ ਸਾਰਾ ਪਸਾਰਾ, ਇਹ ਸਾਰਾ ਸੰਸਾਰ ਬਿਨਸ ਜਾਣ ਵਾਲਾ ਹੈ। ਹੇ ਸੰਤ, ਹੇ ਸੱਜਣੋ, ਹੇ ਮਿੱਤਰੋ, ਸੁਣੋ, ਸਾਰੇ ਸੁਣੋ। ਕਦੇ ਇਹ ਜਿਹੜਾ ਪਸਾਰਾ ਹੈ ਤੇ ਝੂਠਾ ਹੈ। ਮੇਰੀ ਮੇਰੀ ਕਰ ਕਰ ਡੂਬੇ, ਖਬ ਖਬ ਮੂਏ ਗਵਰ। ਇਹ ਚੀਜ਼ ਮੇਰੀ ਹੈ, ਇਹ ਧਰਤੀ ਮੇਰੀ ਹੈ, ਇਹ ਪੁਰਾਣਾ ਮੇਰੀ ਹੈ, ਮੇਰੀ ਮੇਰੀ ਕਰਕੇ ਕਹਿੰਦੇ ਖਪ ਖਪ ਕੇ ਗਵਾਰਾ, ਮੂਰਖ ਮੂਰਖ ਖਪ ਖਪ ਕੇ ਕਹਿੰਦੇ ਡੁੱਬ ਗਏ, ਭਾਵ ਇਸ ਸੰਸਾਰ ਤੋਂ ਚਲੇ ਗਏ। ਗੁਰ ਮਿਲ ਨਾਨਕ ਨਾਮ ਧਿਆਇਆ, ਸਾਚ ਨਾਮ ਨਿਸਤਰ। ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਨਾਮ ਜਪਿਆ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਪਰਮਾਤਮਾ ਦੇ ਨਾਮ ਰਾਹੀਂ ਉਹਨਾਂ ਦਾ ਨਿਸਤਾਰਾ, ਪਾਰ ਉਤਾਰਾ ਹੋ ਗਿਆ।
ਉਹ ਇਸ ਭਵ ਸਾਗਰ ਤੋਂ ਪਾਰ ਹੋ ਗਏ। ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਨਾਮ ਜਪਿਆ ਨਾ, ਪਰਮਾਤਮਾ ਦੇ ਨਾਮ ਨੇ ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ। ਇਸ ਲਈ ਨਾਮ ਜਪਣਾ ਤਾਂ ਪਾਰ ਉਤਾਰਾ ਹੋਏਗਾ। ਇਹ ਸੰਸਾਰ ਦੀਆਂ ਚੀਜ਼ਾਂ ਤੇ ਵਰਤਣ ਲਈ ਨੇ, ਇਹ ਨਾਲ ਜਾਣ ਲਈ ਨਹੀਂ ਹੈਗੀਆਂ। ਜੋ ਕੁਛ ਵੀ ਸਾਡੇ ਕੋਲ ਆਪ ਜੀ ਨੇ ਸਾਰੀ ਗੱਲਾਂ ਦਾ ਪਤਾ ਵੀ ਨਾਲ ਕੁਛ ਨਹੀਂ ਜਾਣਾ ਹੈ। ਜੋ ਕੁਛ ਹੈ ਇਹ ਤੇ ਜਿੰਨਾ ਸਮਾਂ ਤੁਸੀਂ ਜਿਉਂਦੇ ਹੋ ਇਹ ਤੇ ਤੁਹਾਡੇ ਵਰਤਣ ਲਈ ਹੈ। ਇਸ ਲਈ ਅੱਗੇ ਪੁੱਤਾਂ ਪੋਤਰਿਆਂ ਲਈ ਕੋਈ ਚੀਜ਼ ਬਣਾਉਣ ਦੀ ਲੋੜ ਨਹੀਂ ਹੈਗੀ। ਪੋਤਿਆਂ ਪੜੋਤਿਆਂ ਤੱਕ ਨਾ ਧਨ ਇਕੱਠਾ ਕਰਨ ਦੀ ਲੋੜ ਹੈ, ਨਾ ਕੋਈ ਚੀਜ਼ਾਂ ਬਣਾਉਣ ਦੀ ਲੋੜ ਹੈ। ਜਿਵੇਂ ਤੁਸੀਂ ਆਪਣੇ ਬਾਪ ਦੇ ਘਰ ਵਿੱਚ ਨਹੀਂ ਹੋ, ਤੁਹਾਡੇ ਪੁੱਤਰਾਂ ਨੇ ਵੀ ਤੁਹਾਡੇ ਘਰ 'ਚ ਨਹੀਂ ਰਹਿਣਾ। ਬਸ ਇਸ ਲਈ ਓਨੇ ਕੁ ਸਮੇਂ ਲਈ ਘਰ ਬਣਾਓ, ਓਡਾ ਕੁ ਬਣਾਓ ਜਿਸ 'ਚ ਤੁਸੀਂ ਰਹਿਣਾ। 95 ਜਿੰਨੇ ਵੀ ਅਸੀਂ ਬੈਠੇ ਹਾਂ, ਸਾਡੇ 'ਚ 90% ਬੱਚਿਆਂ ਨੂੰ ਛੱਡ ਕੇ ਇਹ ਤਾਂ ਮਾਂ ਬਾਪ ਦੇ ਘਰ 'ਚ ਹੀ ਨੇ। ਜਿੰਨੇ ਆਪਾਂ ਵੱਡੀ ਉਮਰ ਦੇ ਹਾਂ, ਆਪਾਂ ਪਤਾ ਨਹੀਂ ਕਿੱਥੋਂ ਦੇ ਰਹਿਣ ਵਾਲੇ ਸੀ, ਉੱਥੋਂ ਛੱਡ ਛੁਡਾ ਕੇ ਇੱਥੇ ਨਵੇਂ ਘਰ ਪਾ ਲਏ। ਬਾਪ ਦੇ ਘਰ 'ਚ ਨਹੀਂ ਨਾ ਰਹੇ, ਅਤੇ ਤੁਹਾਡੇ ਬੱਚਿਆਂ ਵੀ ਤੁਹਾਡੇ ਘਰ 'ਚ ਨਹੀਂ ਰਹਿਣਾ। ਅਤੇ ਫਿਰ 2-2 3-3 ਮੰਜ਼ਿਲਾਂ ਪਾਉਣ ਦਾ ਕਿਆ ਫਾਇਦਾ ਬਈ? ਉਦੋਂ ਬੰਦੇ ਨੇ ਸੋਚ ਨਹੀਂ ਹੁੰਦੀ, ਪੈਸੇ ਕੋਲ ਹੁੰਦੇ ਹੈ, ਹੋਂ ਦਾ ਮਾਰਿਆ ਹੁੰਦਾ ਹੈ, ਮੰਜ਼ਿਲਾਂ ਪਾਈ ਜਾਂਦਾ ਹੈ, ਮਗਰ ਉਹ ਪੋਚਾ ਨਹੀਂ ਫੇਰ ਹੁੰਦਾ। ਕਿਉਂ? ਲੜਕਾ ਵੀ ਫੌਰਨ ਗਿਆ, ਨੂੰਹ ਵੀ ਫੌਰਨ ਗਏ, ਅਤੇ ਪੋਚਾ ਕੌਣ ਫੇਰੇਗਾ? ਆਪਣੇ ਗੋਡੇ ਖੜ੍ਹ ਗਏ। ਜੇ ਨੌਕਰ ਨਾਨੀ ਨੂੰ ਉੱਪਰ ਭੇਜ ਦਿਓ ਜ਼ਿਆਦਾ ਪੈਸੇ ਮੰਗਦੀ ਹੈ, ਉਹ ਕਹੂਗੀ ਇੱਕ ਮੰਜ਼ਿਲ ਦੇ ਇੰਨੇ ਪੈਸੇ, ਦੂਜੀ ਮੰਜ਼ਿਲ ਦੇ ਇੰਨੇ ਪੈਸੇ, ਤੀਜੀ ਮੰਜ਼ਿਲ ਦੇ ਇੰਨੇ ਪੈਸੇ, ਉਹਨੇ ਵੱਧ ਲੈਣੇ ਉਹਨੇ। ਔਰ ਜਿਹੜੇ ਪਾ ਰਹੇ ਨੇ ਘਰ, ਉਹਨਾਂ ਨੂੰ ਮੈਂ ਕਹਿਣਾ ਭਰਾਵਾ ਆ ਕਿਉਂ ਦੂਜੀ ਤੀਜੀ ਮੰਜ਼ਿਲ ਪਾਈ ਜਾਂਦੇ? ਐਵੇਂ ਲੱਖਾਂ ਰੁਪਈਏ ਲਾ ਰਹੇ, ਕਿੰਨੇ ਇੱਥੇ ਉੱਪਰਲੀਆਂ ਮੰਜ਼ਿਲਾਂ 'ਚ ਰਹਿਣਾ? ਤੇਰੇ ਜਵਾਕਾਂ ਨੇ ਤੇਰੇ ਕੋਲ ਰਹਿਣਾ ਨਹੀਂ, ਕਿਹਦੇ ਲਈ ਪਾਈ ਜਾ ਰਹੇ ਤੂੰ? ਕਈ ਸਾਲਾਂ ਦੀ ਗੱਲ ਹੈ, ਇੱਕ ਬੀਬੀ DSP ਦੀ ਘਰ ਵਾਲੀ ਮੇਰੇ ਕੋਲ ਪਾਠ ਸਿੱਖਦੀ। ਇੱਕ ਦਿਨ ਕਹਿੰਦੇ ਬਾਬਾ ਜੀ ਸਾਡੇ ਘਰ ਜਿਹੜਾ ਤੁਸੀਂ ਲੰਗਰ ਛਕੇ। ਚਲੋ ਮੈਂ ਕਾਪੀ ਵੇਖੀ, ਮੈਂ ਜੀ ਉਹਦੇ ਤਾਂ ਵਰਕਿੰਗ ਡੇ ਹੈ ਬਈ, ਫਿਰ ਮੈਂ ਲੈ ਕੇ ਕੌਣ ਜਾਏਗਾ? ਮੇਰੇ ਕੋਲ ਤਾਂ ਕੋਈ ਚੀਜ਼ ਨਹੀਂ ਹੈਗੀ। ਕਹਿੰਦੇ ਮੇਰੇ ਹਸਬੈਂਡ ਉਹਦੇ ਛੁੱਟੀ ਲੈ ਲੈਣਗੇ ਜੀ, ਉਹ ਲੈ ਜਾਣਗੇ, ਤੁਹਾਨੂੰ ਛੱਡ ਜਾਣਗੇ। ਮੈਂ 7 ਵਜੇ ਜੀ ਜਿਹੜਾ ਮੈਂ ਟਾਈਮ ਦਿੱਤਾ, ਉਹ DSP ਸਾਹਿਬ ਆਏ, ਮੈਨੂੰ ਲੈ ਗਏ। ਚਲੋ ਉੱਥੇ 1-2 ਗੱਲਾਂ ਬੜੀਆਂ ਵਧੀਆ ਹੋਈਆਂ। DSP ਸਾਹਿਬ ਮੇਰੇ ਪੈਰ ਧੋਣ ਲੱਗੇ। ਮੈਂ ਕਿਹਾ ਜੀ ਤੁਸੀਂ ਵੱਡੇ ਹੋ ਵੀ ਮੈਂ ਆਪੇ ਹੀ ਧੋ ਲਾਂਗਾ। ਉਹਨੇ ਜੋ ਗੱਲ ਕਹੀ ਬੜੀ ਜ਼ਬਰਦਸਤ ਕਹੀ। ਕਹਿੰਦੇ ਬਾਬਾ ਜੀ ਅੱਜ ਤੁਸੀਂ ਵੱਡੇ ਹੋ, ਮੈਂ ਛੋਟਾ। ਜਿਸ ਦਿਨ ਤੁਸੀਂ ਕੋਈ ਗਲਤੀ ਕੀਤੀ ਫਿਰ ਤੁਸੀਂ ਛੋਟੇ ਹੋ ਜਾਓਗੇ, ਮੈਂ ਵੱਡਾ ਹੋ ਜਾਵਾਂਗਾ। ਮੈਂ ਚੁੱਪ ਰਿਹਾ। ਮੈਂ ਯਾਰ ਕਿਆ ਜ਼ਬਰਦਸਤ ਬਾਤ ਹੈ। ਕਹਿੰਦਾ ਅੱਜ ਤੁਸੀਂ ਵੱਡੇ ਹੋ, ਮੈਂ ਛੋਟਾ। ਜਿਸ ਦਿਨ ਤੁਸੀਂ ਗਲਤੀ ਕੀਤੀ ਤੁਸੀਂ ਛੋਟੇ ਹੋ ਜਾਓਗੇ, ਮੈਂ ਵੱਡਾ ਹੋ ਜਾਵਾਂਗਾ। ਜਿਵੇਂ ਅਸੀਂ ਹੁਣ ਤੁਹਾਨੂੰ ਜੀ ਕਰਦੇ ਕਿ ਨਹੀਂ, ਫਿਰ ਤੁਸੀਂ ਸਾਡੇ ਅੱਗੇ ਜੀ ਕਰੋਗੇ। ਅੱਜ ਤੱਕ ਮੈਨੂੰ ਯਾਦ ਹੈ, ਅਤੇ ਮੈਂ ਕਈਆਂ ਧਾਰਮਿਕ ਬੰਦੇ ਨੂੰ ਦੱਸਦਾ ਹੁੰਦਾ, ਜਿਹੜੇ ਮੈਨੂੰ ਧਾਰਮਿਕ ਬੰਦੇ ਮਿਲਣਾ ਹੁੰਦੇ, ਹੁਣ ਮੈਂ ਜ਼ਰੂਰ ਇਹ ਗੱਲ ਦੱਸਦਾ ਵੀ ਅਜਿਹਾ ਨਾ ਹੋਵੇ ਕਿ ਸਾਨੂੰ ਜੀ ਕਰਨੀ ਪਵੇ। ਅੱਜ ਤੇ ਵੱਡੇ ਵੱਡੇ ਬੰਦੇ ਆ ਕੇ ਜੀ ਕਰਦੇ ਨੇ, ਜੇ ਗਲਤੀ ਹੋ ਗਈ ਬਾਕੀ ਸਾਨੂੰ ਜੀ ਕਰਨਾ ਪੈਣਾ, ਇਹ 'ਚ ਕੋਈ ਸ਼ੱਕ ਨਹੀਂ। ਅੱਜ ਕਰ ਰਿਹਾ ਨਾ ਮਿਨਿਸਟਰ ਜੀ ਜਿਹਦੀ ਕੱਲ੍ਹ ਪਰਸੋਂ ਤੱਕ ਚੱਲਦੀ ਸੀ, ਸਮੇਂ ਦੀ ਕੋਈ ਪਤਾ ਨਹੀਂ ਕਿ। ਲਓ ਜੀ ਮੈਂ ਬੈਠਾ ਲੰਗਰ ਪਾਣੀ ਛਕ ਰਿਹਾ। ਮੈਂ ਉਹਨੇ ਬੀਬੀ ਨੂੰ ਪੁੱਛਿਆ, ਮੈਂ ਜੀ ਬੱਚੇ ਪੜ੍ਹਨ ਗਏ ਨੇ? ਉਹ ਅੱਖਾਂ 'ਚ ਪਾਣੀ ਭਰ ਆਈ। ਮੈਂ ਕਿਹਾ ਸੁੱਖ ਹੋਵੇ ਸਹੀ। ਮੈਂ ਕੀ ਗੱਲ ਹੋ ਗਈ? ਕਹਿ ਜੀ ਸਾਡੀ ਨਾ 22 ਕਿੱਲੇ ਜ਼ਮੀਨ ਹੈ। ਉਸ ਜ਼ਮਾਨੇ 'ਚ 80,000 ਰੁਪਇਆ ਪੇ ਮਿਲਦੀ ਸੀ DSP ਸਾਹਿਬ ਨੂੰ। ਕਹਿੰਦੇ 80,000 ਰੁਪਇਆ ਇਹਨਾਂ ਨੂੰ ਪੇ ਮਿਲਦੀ ਹੈ, 22 ਕਿੱਲੇ ਜ਼ਮੀਨ ਹੈ। ਆ ਮਗਰ 500 ਗਜ ਸਾਡਾ ਬਾਗ ਲੱਗਾ ਹੋਇਆ ਹੈ।
ਆ ਡਬਲ ਸਟੋਰੀ ਅਸੀਂ ਕੋਠੀ ਪਾ ਰੱਖੀ ਹੈ। ਬੱਚਾ +2 ਕਰਕੇ ਕਹਿੰਦਾ ਵੀ ਮੈਂ ਤੇ ਫੌਰਨ ਜਾਣਾ। ਅਸੀਂ ਕਿਹਾ ਕਾਕਾ ਵੀ ਦੱਸ ਇੱਥੇ ਕਿਸ ਚੀਜ਼ ਦੀ ਕਮੀ ਹੈ, ਤੂੰ ਅੱਗੇ ਪੜ੍ਹ ਲੈ, ਪੜ੍ਹਾਈ 'ਚ ਵੀ ਤੂੰ ਠੀਕ ਹੈ, ਅਸੀਂ ਪੜ੍ਹਾ ਵੀ ਤੈਨੂੰ ਸਕਦੇ ਹਾਂ, ਤੂੰ BA MA ਕਰ ਲੈ, ਕੋਈ ਇੱਥੇ ਤੈਨੂੰ ਨੌਕਰੀ ਮਿਲ ਜਾਏਗੀ। ਨਾ ਜੀ ਜ਼ਿੱਦ ਫੜ ਲਈ, ਚਲੋ ਉਹ ਚਲਿਆ ਗਿਆ। ਮਗਰੋਂ ਫਿਰ ਕੁੜੀ ਨੇ +2 ਕਰ ਲਈ। ਇਹ ਭੈਣ ਭਰਾ ਗੱਲਾਂ ਕਰਦੇ ਰਹੇ ਫੌਰਨ ਦੀਆਂ। ਕੁੜੀ ਕਹਿੰਦੀ ਮੈਂ ਵੀ ਜਾਣਾ ਹੈ। ਅਸੀਂ ਕਿਹਾ ਵੀ ਚਲੋ ਇੱਕ ਤਾਂ ਬੁਢਾਪੇ ਸਾਡੇ ਕੋਲ ਰਹਿ ਜਾਓ ਤੁਸੀਂ। ਨਾ ਜੀ ਉਹ ਵੀ ਚਲੀ ਗਈ। ਹੁਣ ਅਸੀਂ 2 ਹੀ ਧੀ ਹਾਂ। ਮਗਰ ਕਹਿੰਦੀ ਮੈਂ ਉੱਪਰ ਕਦੇ ਪਹੁੰਚੇ ਹੀ ਨਹੀਂ, ਫਿਰਨਗੇ ਮਹੀਨੇ ਬਾਅਦ ਇੱਕ ਵਾਰੀ ਜਾਂਦੀ ਹਾਂ, ਝਾੜੂ ਝੂੜੂ ਉੱਪਰਲੀ ਮੰਜ਼ਿਲ ਫੇਰ ਆਉਣੀ। ਸੋ ਮੈਂ ਭੈਣ ਜੀ ਅਸੀਂ ਐਵੇਂ ਬੱਚਿਆਂ ਲਈ ਘਰ ਪਾ ਰਹੇ ਹਾਂ। ਤੁਸੀਂ ਪਿੰਡ ਦੇ ਰਹਿਣ ਵਾਲੇ ਹੋ ਨਾ, ਸ਼ਹਿਰ 'ਚ ਪਾਇਆ ਨਾ ਘਰ, ਆਪਣੇ ਬਾਪ ਦੇ ਘਰ 'ਚ ਨਹੀਂ ਨਾ। ਇਸ ਤਰ੍ਹਾਂ ਤੁਹਾਡੇ ਬੱਚਿਆਂ ਨੇ ਵੀ ਤੁਹਾਡੇ ਘਰ 'ਚ ਨਹੀਂ ਰਹਿਣਾ। ਜਿਹੜੇ ਵੀ ਮੇਰੀ ਕਥਾ ਸੁਣ ਰਹੇ ਹਨ, ਮੇਰੀ ਬੇਨਤੀ ਹੈ ਵੱਡੇ ਵੱਡੇ ਘਰ ਪਾਉਣ ਦੀ ਲੋੜ ਨਹੀਂ, ਕਰਜ਼ੇ ਚੁੱਕ ਕੇ ਘਰ ਪਾਉਣ ਦੀ ਲੋੜ ਨਹੀਂ, ਹੋਂ ਚਾ ਕੇ ਘਰ ਪਾਉਣ ਦੀ ਲੋੜ ਨਹੀਂ। ਜਿੰਨੀ ਕੁ ਲੋੜ ਹੈ ਬਸ ਉਨੀ ਹੀ ਪਾਓ। ਹਾਂ, ਅਗਰ ਬੱਚਾ ਇੱਥੇ ਹੀ ਕੋਈ ਰਹਿ ਗਿਆ ਔਰ ਲੋਕਲ ਕੋਈ ਨੌਕਰੀ ਮਿਲ ਗਿਆ, ਫਿਰ ਉੱਪਰ ਉਹਦੇ ਲਈ ਪਾ ਦਿਓ ਉੱਪਰ, ਬਾਅਦ 'ਚ ਮੰਜ਼ਿਲ ਪਾਈ ਜਾ ਸਕਦੀ ਹੈ। ਖੈਰ ਗੁਰੂ ਮਹਾਰਾਜ ਕਹਿੰਦੇ ਸੰਤ ਸੱਜਣ ਸੁਨੋ ਸਭ ਮੀਤਾ, ਝੂਠਾ ਏ ਪਸਾਰਾ, ਮੇਰੀ ਮੇਰੀ ਕਰ ਕਰ ਡੂਬੇ, ਖਬ ਖਬ ਮੂਏ ਗਵਾਰਾ, ਗੁਰ ਮਿਲ ਨਾਨਕ ਨਾਮ ਧਿਆਇਆ, ਸਾਚ ਨਾਮ ਨਿਸਤਾਰਾ। ਅੱਗੇ ਕਹਿੰਦੇ ਰਾਗ ਆਸਾ ਘਰ ਪੰਜਵਾਂ, ਮਹਿਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਭ੍ਰਮ ਮੈਂ ਸੋਈ, ਜੇ ਤਾਂ ਭੱਬਾ ਰਾਰਾ ਮੰਮਾ ਪੂਰਾ ਹੁੰਦਾ, ਫਿਰ ਉਹ ਪੰਜਾਬੀ ਦਾ ਸ਼ਬਦ ਸੀ ਭਰਮ। ਇਹ ਹਿੰਦੀ 'ਚ ਭਰਮ ਨਹੀਂ ਕਹਿੰਦੇ, ਹਿੰਦੀ ਕਹਿੰਦੇ ਭ੍ਰਮ। ਆਪ ਕੋ ਭ੍ਰਮ ਹੈ, ਡਾਊਟ ਹੈ, ਸ਼ੰਕਾ ਹੈ। ਭ੍ਰਮ ਮੈਂ ਸੋਈ ਸਗਲ ਜਗਤ ਧੰਦ ਅੰਧ। ਇਹ ਸਾਰਾ ਸੰਸਾਰ ਜਿਹੜਾ ਹੈ ਭਰਮ ਦੇ ਵਿੱਚ ਹੈ, ਸੰਸਾਰਕ ਧੰਦਿਆਂ 'ਚ ਅੰਨਾ ਹੋਇਆ ਹੈ। ਇਹਨੂੰ ਰੱਬ ਯਾਦ ਹੀ ਨਹੀਂ ਹੈ। ਇਹ ਤੇ ਐਂ ਜਿਵੇਂ ਸੁੱਤਾ ਹੁੰਦਾ। ਕੋ ਜਾਗੈ ਹਰਿ ਜਨ, ਕੋਈ ਹਰੀ ਦਾ ਭਗਤ ਵਿਰਲਾ ਟਾਵਾਂ ਜਾਗਦਾ ਹੈ। ਭਾਵ ਜਿਹਨੂੰ ਪਤਾ ਹੈ ਕਿ ਮੈਂ ਇਸ ਸੰਸਾਰ 'ਚ ਨਾਮ ਜਪਣਾ ਆਇਆ ਹਾਂ। ਉਹ ਤੇ ਇੱਥੇ ਜਾਗਣ ਦਾ ਮਤਲਬ ਇਹ ਨਹੀਂ ਕਿ ਜਿਵੇਂ ਆਪਾਂ ਉਂਝ ਜਾਗ ਰਿਹਾ ਇਸ ਵੇਲੇ, ਨਹੀਂ। ਸੁਚੇਤ ਰਹਿਣਾ, ਆਪਣੇ ਉਦੇਸ਼ ਪ੍ਰਤੀ ਹਮੇਸ਼ਾ ਸੁਚੇਤ ਰਹਿਣਾ ਕਿ ਮੇਰਾ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ। ਇਹ ਗੱਲ ਜਿਹਨੂੰ ਹਮੇਸ਼ਾ ਯਾਦ ਰਹਿੰਦੀ ਉਹ ਸਮਝੋ ਜਾਗਦਾ ਹੈ, ਅਤੇ ਜਿਹਨੂੰ ਭੁੱਲ ਜਾਂਦੀ ਹੈ ਉਹ ਸਮਝੋ ਉਹਨਾਂ ਸਮਾਂ ਸੁੱਤਾ ਹੋਇਆ। ਸੋ ਕੋਈ ਪਰਮਾਤਮਾ ਦਾ ਭਗਤ ਹੀ ਹੈ ਜਿਹੜਾ ਜਾਗਦਾ ਹੈ। ਮਹਾ ਮੋਹਣੀ ਮਗਨ ਪ੍ਰਿਯ ਪ੍ਰੀਤ ਪ੍ਰਾਣ। ਇਹ ਜਿਹੜੀ ਮਾਇਆ ਨਾ, ਇਹ ਮਹਾ ਮੋਹਣੀ ਹੈ। ਇਹ ਮਨ ਨੂੰ ਮੋਹ ਲੈਣ ਵਾਲੀ ਹੈ। ਇਹਦੇ ਪਿਆਰ ਵਿੱਚ, ਇਹਦੀ ਪ੍ਰੀਤ ਵਿੱਚ ਬੰਦਾ ਮਗਨ ਹੈ। ਮਗਨ ਮਾਇਆ ਦੇ ਮੋਹ 'ਚ, ਮਾਇਆ ਦੇ ਇਹਨੂੰ ਜਿਹੜਾ ਹੈ ਪ੍ਰਾਣਾਂ ਨਾਲੋਂ ਵੀ ਮਾਇਆ ਪਿਆਰੀ ਲੱਗਦੀ ਹੈ। ਉਹਦੇ ਮੋਹ 'ਚ ਹੈ ਵੀ ਮੋਹਣੀ ਮਾਇਆ। ਵੱਡਿਆਂ ਵੱਡਿਆਂ ਨੂੰ ਮੋਹ ਲੈਂਦੀ ਹੈ, ਵੱਡਿਆਂ ਵੱਡਿਆਂ ਨੂੰ ਅਸੂਲਾਂ ਤੋਂ ਗਿਰਾ ਦਿੰਦੀ ਹੈ। ਕੋ ਤਿਆਗੈ ਵਿਰਲਾ, ਕੋਈ ਵਿਰਲਾ ਟਾਵੇਂ ਜਿਹੜਾ ਮਾਇਆ ਦਾ ਮੋਹ ਛੱਡਦਾ ਹੈ। ਸਿੱਖ ਨੂੰ ਮਾਇਆ ਤਿਆਗਣ ਦਾ ਹੁਕਮ ਨਹੀਂ ਹੈ, ਮਾਇਆ ਦਾ ਮੋਹ ਛੱਡਣਾ ਸੀ। ਅਸੀਂ ਕਿਸੇ ਵੀ ਚੀਜ਼ ਨੂੰ ਨਹੀਂ ਤਿਆਗਣਾ। ਅਸੀਂ ਘਰ-ਬਾਰ ਨਹੀਂ ਤਿਆਗਣਾ, ਅਸੀਂ ਪਰਿਵਾਰ ਨਹੀਂ ਤਿਆਗਣਾ, ਅਸੀਂ ਮਾਇਆ ਨੂੰ ਨਹੀਂ ਤਿਆਗਣਾ, ਅਸੀਂ ਕੱਪੜੇ ਨਹੀਂ ਤਿਆਗਣੇ, ਅਸੀਂ ਖਾਣ ਪੀਣ ਨਹੀਂ ਤਿਆਗਣਾ। ਇਹਨਾਂ ਜਿਹੜਾ ਮੋਹ ਹੈ ਉਹ ਤਿਆਗਣਾ ਹੈ। ਜਿੱਥੇ ਮੋਹ ਹੁੰਦਾ ਹੈ ਉੱਥੇ ਹੋਰ ਇਕੱਠਾ ਕਰਨ ਦੀ ਅੰਦਰ ਤਮੰਨਾ ਪੈਦਾ ਹੁੰਦੀ ਵੀ ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ। ਇਹ ਮੋਹ ਛੱਡਣਾ ਹੈ ਬਸ। ਇਸ ਮੋਹ ਨੂੰ, ਮਾਇਆ ਦੇ ਮੋਹ ਨੂੰ ਕਹਿੰਦਾ ਵਿਰਲਾ ਹੀ ਕੋਈ ਤਿਆਗਦਾ ਹੈ, ਛੱਡਦਾ।
ਚਰਨ ਕਮਲ ਅਨੂਪ ਹਰ ਸੰਤ ਮੰਤ। ਜਿਹੜੇ ਹਰੀ ਦੇ ਸੰਤ ਨੇ ਉਹਨਾਂ ਜਿਹੜਾ ਉਪਦੇਸ਼ ਹੈ ਅਤੇ ਪਰਮਾਤਮਾ ਦੇ ਜਿਹੜੇ ਚਰਨ ਨੇ ਪਰਮਾਤਮਾ ਜਿਹੜਾ ਨਾਮ ਹੈ ਅਨੂਪ ਹੈ, ਅਤੀ ਸੁੰਦਰ ਹੈ। ਚਰਨ ਕਮਲ ਅਨੂਪ, ਪਰਮਾਤਮਾ ਦੇ ਚਰਨ ਕਮਲ ਅਤੀ ਸੁੰਦਰ ਹਨ। ਹਰ ਸੰਤ ਮੰਤ, ਤੇ ਹਰੀ ਦੇ ਸੰਤਾਂ ਦਾ ਮੰਤਰ ਵੀ ਸੁੰਦਰ ਹੈ। ਪਰਮਾਤਮਾ ਦਾ ਨਾਮ ਵੀ ਸੁੰਦਰ ਹੈ, ਤੇ ਜਿਹੜੇ ਹਰੀ ਦੇ ਸੰਤ ਨੇ ਉਹਨਾਂ ਦਾ ਉਪਦੇਸ਼ ਵੀ ਸੁੰਦਰ ਹੈ। ਕੋ ਲਾਗੈ ਸਾਧੂ, ਕੋਈ ਸਾਧੂ ਹੈ ਜਿਹੜਾ ਉਹਨਾਂ ਦੇ ਉਪਦੇਸ਼ ਨਾਲ, ਉਹਨਾਂ ਦੇ ਨਾਮ ਨਾਲ ਜੁੜਦਾ ਹੈ। ਪਰਮਾਤਮਾ ਦੇ ਚਰਨ ਕਮਲਾਂ ਨਾਲ ਕੋਈ ਸਾਧੂ ਹੀ ਜੁੜਦਾ ਹੈ। ਸੰਤਾਂ ਦੇ ਉਪਦੇਸ਼ ਨੂੰ ਕੋਈ ਸਾਧੂ ਹੀ ਧਾਰਨ ਕਰਦਾ ਹੈ। ਉਹ ਕੋਈ ਵਿਰਲਾ ਟਾਵਾਂ ਕਹਿੰਦੇ ਸਾਧੂ ਹੈ। ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ, ਜਿਹੜਾ ਫਿਰ ਸਾਧੂ ਜਾਂ ਗੁਰੂ ਦੀ ਸੰਗਤ ਕਰਦਾ ਹੈ ਉਹਨੂੰ ਗਿਆਨ ਦੇ ਨਾਲ ਹੋ ਜਾਂਦਾ ਪ੍ਰੇਮ, ਜਿਹੜਾ ਗਿਆਨ ਦਿੰਦੇ ਗੁਰੂ ਮਹਾਰਾਜ, ਫਿਰ ਉਹ ਜਾਗਦਾ ਹੈ ਕਿਉਂਕਿ ਉਹਨੂੰ ਪਿਆਰ ਹੈ ਗਿਆਨ ਨਾਲ। ਉਹ ਜਾਗਦਾ ਹੈ, ਉਹ ਗਿਆਨ ਹਾਸਲ ਕਰਦਾ ਹੈ ਪਰਮਾਤਮਾ ਪ੍ਰਤੀ। ਵਡਭਾਗੇ ਕਿਰਪਾ, ਪਰਮਾਤਮਾ ਦੀ ਕਿਰਪਾ ਨਾਲ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ। ਉਹਦੀ ਕਿਰਪਾ ਚਾਹੀਦੀ ਹੈ। ਨਿਰਾ ਆਪਣੇ ਯਤਨਾਂ ਦੇ ਮਾਣ ਨਹੀਂ ਕਰਨਾ ਵੀ ਮੈਂ ਨਾਮ ਜਪ ਜਪ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗਾ, ਇਹ 'ਚ ਹਉਮੈ ਹੈ। ਇਸ ਤਰ੍ਹਾਂ ਕਹਿਣਾ ਹਉਮੈ ਹੈ। ਮਹਾਤਮਾ ਬੁੱਧੀ ਕਹਿੰਦੇ ਮੈਨੂੰ ਕੁਛ ਵੀ ਕਰਨਾ ਪਵੇ ਮੈਂ ਗਿਆਨ ਹਾਸਲ ਕਰਕੇ ਹੀ ਹਟਾਂਗਾ। 12 ਸਾਲ ਲੱਗੇ ਰਹੇ, ਖਾਣਾ ਪੀਣਾ ਬਹੁਤ ਜ਼ਿਆਦਾ ਘਟਾ ਦਿੱਤਾ ਹੈ, ਬਹੁਤ ਕਮਜ਼ੋਰ ਹੋ ਗਏ, ਹੱਡੀਆਂ ਦੀ ਮੁੱਠ ਹੋ ਗਏ, ਬੈਠੇ ਨੇ ਗਿਆ ਦੇ ਸਥਾਨ 'ਤੇ। ਤੁਹਾਡੇ ਜੋ ਹੋ ਸਕਦਾ ਕਦੇ ਕੋਈ ਗਿਆ ਹੋਵੇ। ਇੱਕ ਤਾਂ ਗਿਆ ਸ਼ਹਿਰ ਹੈ, ਉਸ ਤੋਂ ਦੂਰ ਅੱਗੇ ਬੋਧ ਗਿਆ ਹੈ ਜਿੱਥੇ ਗਿਆਨ ਹੋਇਆ ਸੀ ਮਹਾਤਮਾ ਬੁੱਧ। ਉਸ ਜਗ੍ਹਾ ਦਾ ਨਾਮ ਹੈ ਬੋਧ ਗਿਆ। ਬੈਠੇ ਨੇ, ਹੁਣ ਬੈਠ ਹੀ ਨਹੀਂ ਹੁੰਦਾ, ਇੰਨੇ ਕਮਜ਼ੋਰ ਹੋ ਗਏ, ਬੈਠ ਵੀ ਨਹੀਂ ਹੁੰਦਾ ਤੇ ਲੇਟਣ ਲੱਗੇ ਨੇ। ਕਹਿੰਦੇ ਤੇਰੀ ਮਰਜ਼ੀ, ਤੇ ਜਿਉਂ ਹੀ ਕਿਹਾ ਤੇਰੀ ਮਰਜ਼ੀ ਉਸੇ ਵੇਲੇ ਗਿਆਨ ਹੋ ਗਿਆ। ਆਪਣਾ ਜ਼ੋਰ ਲਾ ਹਟੇ, ਹੁਣ ਕੋਈ ਪੇਸ਼ ਨਹੀਂ ਜਾਂਦੇ। ਕਹਿੰਦੇ ਹੇ ਪਰਮਾਤਮਾ ਤੇਰੀ ਮਰਜ਼ੀ, ਤੇ ਉਹ ਕਹਿੰਦੇ ਲੈ ਫਿਰ ਹੁਣੇ ਗਿਆਨ ਕਰਾ ਦਿੰਦਾ। ਇਸ ਲਈ ਕੋਈ ਕਰਮ ਵੀ ਅਸੀਂ ਹਉਮੈ ਜਾ ਕੇ ਨਹੀਂ ਕਰਨਾ। ਯਤਨ ਆਪਣੇ ਵੱਲੋਂ ਜਿੰਨਾ ਹੁੰਦਾ ਕਰਦੇ ਰਹਿਣਾ ਹੈ, ਨਾਲ ਗੁਰੂ ਮਹਾਰਾਜ ਪਰਮਾਤਮਾ ਨੂੰ ਬੇਨਤੀ ਕਰਦੇ ਰਹਿਣਾ ਵੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਅੱਗੇ ਕਹਿੰਦੇ ਏਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਘਰ 6ਵਾਂ ਮਹਿਲਾ 5ਵਾਂ। ਜੋ ਤੁਧ ਭਾਵੈ ਸੋ ਪਰਵਾਨਾ, ਸੂਖ ਸਹਿਜ ਮਨ ਸੋਈ। ਕਰਨ ਕਾਰਨ ਸਮਰੱਥ ਅਪਾਰਾ, ਅਵਰ ਨਾਹੀ ਰੇ ਕੋਈ। ਕਰਨ ਕਰਾਉਣ ਵਾਲਾ ਅਤੇ ਜੋ ਸਮਰੱਥ ਹੈ ਅਪਾਰਾ ਬੇਅੰਤ ਪਰਮਾਤਮਾ, ਪਰਮਾਤਮਾ ਵਰਗਾ ਹੋਰ ਕੋਈ ਨਹੀਂ ਹੈ। ਜੋ ਤੁਧ ਭਾਵੈ ਹੇ ਪਰਮਾਤਮਾ, ਜੋ ਤੈਨੂੰ ਚੰਗਾ ਲੱਗਦਾ ਸੋ ਪਰਵਾਨਾ ਉਹੀ ਸਾਨੂੰ ਮਨਜ਼ੂਰ ਹੈ। ਸੁਖ ਸਹਿਜ ਮਨ ਸੋਈ, ਤੇ ਮਨ ਦੇ ਜਦੋਂ ਇਸ ਅਵਸਥਾ 'ਤੇ ਬੰਦਾ ਆ ਜਾਂਦਾ ਨਾ, ਜੋ ਤੁਧ ਭਾਵੈ ਸੋ ਪਰਵਾਨਾ, ਵੀ ਹੈ ਪਰਮਾਤਮਾ ਜੋ ਤੈਨੂੰ ਭਾਉਂਦਾ ਮੈਨੂੰ ਪ੍ਰਵਾਨ ਹੈ, ਫਿਰ ਉੱਥੇ ਸੁਖ ਹੈ, ਸਹਿਜ ਹੈ। ਸੁਖ ਦੀ ਪ੍ਰਾਪਤੀ ਹੋ ਜਾਏਗੀ, ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਵੇਗੀ। ਤੇਰੇ ਜਨ ਰਸਕ ਰਸਕ ਗੁਣ ਗਾਵੇਂ। ਰਸਕ ਹੁੰਦਾ ਸਵਾਦ ਲੈ ਲੈ ਕੇ। ਤੇਰੇ ਜਿਹੜੇ ਭਗਤ ਨੇ, ਜਨਮ ਨੇ ਭਗਤ, ਤੇਰੇ ਜਿਹੜੇ ਭਗਤ ਨੇ ਉਹ ਬੜੇ ਪਿਆਰ ਨਾਲ ਬੜਾ ਸਵਾਦ ਲੈ ਲੈ ਕੇ ਤੇਰੇ ਗੁਣ ਗਾਉਂਦੇ ਹਨ।
बड़े प्यार ਨਾਲ ਗੁਣ ਗਾਉਂਦੇ ਨੇ। ਮਸਲਤ ਮਤਾ ਸਿਆਣਪ ਜਨ ਕੀ, ਜੋ ਤੂੰ ਕਰੈ ਕਰਾਵੇਂ। ਜੋ ਤੂੰ ਆਪਣੇ ਭਗਤੋਂ ਕਰਵਾਉਂਦਾ ਹੈ, ਜੋ ਤੇਰਾ ਭਗਤ ਕਰਦਾ ਹੈ, ਬਸ ਇਹੀ ਮਸਲਤ ਮਤਾ ਹੈ। ਮਸਲਤ ਹੁੰਦਾ ਸਿਫਾਰਿਸ਼, ਮਤਾ ਵਿਚਾਰ ਆਪਣੇ, ਸਿਆਣਪ ਭਗਤ ਦੀ ਇਹੀ ਸਿਆਣਪ ਹੈ, ਇਹੀ ਮਤਾ ਹੈ, ਇਹੀ ਮਸਲਤ ਹੈ ਕਿ ਜੋ ਤੂੰ ਕਰਦਾ ਹੈ ਪਰ ਠੀਕ ਕਰਦਾ ਹੈ। ਤੂੰ ਹੀ ਕਰਨ ਵਾਲਾ, ਤੂੰ ਹੀ ਕਰਾਉਣ ਵਾਲਾ। ਉਹਦੀ ਆਪਣੀ ਕੋਈ ਸਿਆਣਪ ਨਹੀਂ ਹੁੰਦੀ, ਉਹਦੇ ਕੋਈ ਆਪਣਾ ਸਲਾਹ ਮਸ਼ਵਰਾ ਨਹੀਂ ਹੁੰਦਾ। ਮਸਲਤ ਦਾ ਮਸ਼ਵਰਾ, ਸਲਾਹ ਮਸ਼ਵਰਾ। ਅੰਮ੍ਰਿਤ ਨਾਮ ਤੁਮਾਰਾ ਪਿਆਰੇ, ਸਾਧ ਸੰਗ ਰਸ ਪਾਇਆ। हे परमात्मा, ਤੇਰਾ ਨਾਮ ਅੰਮ੍ਰਿਤ ਹੈ, ਪਰ ਇਹ ਗੁਰੂ ਦੀ ਸੰਗਤ 'ਚ ਅੱਗੇ ਦਾ ਰਸ ਆਉਂਦਾ ਹੈ। ਤੇਰਾ ਨਾਮ ਅੰਮ੍ਰਿਤ ਹੈ। ਅੰਮ੍ਰਿਤ ਮਿੱਠਾ ਹੁੰਦਾ ਹਮੇਸ਼ਾ। ਦਸਮ ਪਾਤਸ਼ਾਹ ਨੇ ਇਸ ਲਈ ਮਿੱਠਾ ਵਿੱਚ ਪਾਇਆ ਸੀ, ਮਿਠਾਸ ਬਣਾਈ ਸੀ, ਮਿੱਠਾ ਬਣਾਇਆ ਸੀ। ਪਰਮਾਤਮਾ ਦਾ ਨਾਮ ਅੰਮ੍ਰਿਤ ਹੈ। ਇਹਦਾ ਰਸ ਕਦੋਂ ਪ੍ਰਾਪਤ ਹੁੰਦਾ? ਜਦੋਂ ਬੰਦਾ ਸਾਧ ਸੰਗ ਕਰਦਾ, ਸਤ ਸੰਗਤ ਕਰਦਾ ਹੈ, ਗੁਰੂ ਦੀ ਸੰਗਤ ਕਰਦਾ ਹੈ, ਫਿਰ ਇਸ ਦੇ ਵਿੱਚ ਰਸ ਆਉਂਦਾ ਹੈ। ਨਹੀਂ ਤਾਂ ਨਾਮ ਫਿੱਕਾ ਫਿੱਕਾ ਲੱਗਦਾ ਹੈ। ਜਦੋਂ ਸਤ ਸੰਗਤ ਦੇ ਵਿੱਚ ਨਾਮ ਜਪਾਇਆ ਜਾਂਦਾ, ਉਦੋਂ ਗੱਲ ਹੀ ਹੋਰ ਹੁੰਦੀ ਹੈ। ਤੁਸੀਂ ਇਕੱਲੇ ਘਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਹੋਰ ਗੱਲ ਹੈ। 500-700 ਬੰਦਾ ਰਲ ਕੇ ਵਾਹਿਗੁਰੂ ਵਾਹਿਗੁਰੂ ਕਰਦਾ, ਗੱਲ ਹੀ ਹੋਰ ਹੋ ਜਾਂਦੀ, ਗੱਲ ਹੀ ਹੋ ਜਾਂਦੀ। ਸੋ ਇਸ ਲਈ ਸਤ ਸੰਗਤ ਵਿੱਚ ਨਾਮ ਦਾ ਰਸ ਹੁੰਦਾ ਹੈ। ਤ੍ਰਿਪਤ ਅਗਾਏ ਸਈ ਜਨ ਪੂਰੇ, ਸੁਖ ਨਿਦਾਨ ਹਰ ਗਾਇਆ। ਸੁਖ ਨਿਦਾਨ, ਸੁੱਖਾਂ ਦਾ ਖਜ਼ਾਨਾ। ਪਰਮਾਤਮਾ ਸੁੱਖਾਂ ਦਾ ਖਜ਼ਾਨਾ ਹੈ। ਉਹ ਸੁੱਖਾਂ ਦਾ ਖਜ਼ਾਨਾ ਹੈ। ਉਹਦਾ ਜਿਹੜਾ ਨਾਮ ਹੈ ਉਹ ਵੀ ਸੁੱਖਾਂ ਦਾ ਖਜ਼ਾਨਾ ਹੈ। ਜਿਹੜੇ ਸੁੱਖਾਂ ਦੇ ਖਜ਼ਾਨੇ ਨਾਮ ਨੂੰ ਗਾਉਂਦਾ ਹੈ ਨਾ, ਤ੍ਰਿਪਤ, ਉਹ ਇੱਕ ਤੇ ਸੰਤੁਸ਼ਟ ਹੋ ਜਾਂਦਾ ਹੈ। ਅਗਾਏ, ਉਹ ਰੱਜ ਜਾਂਦਾ ਹੈ। ਇਹ ਹਿੰਦੀ ਦਾ ਸ਼ਬਦ ਇਹਨੂੰ ਅਘਾਏ ਨਹੀਂ ਪੜ੍ਹਦੇ ਨਾ, ਅਘਾਏ, ਉਹ ਰੱਜ ਜਾਂਦਾ ਹੈ ਅਤੇ ਉਹ ਪੂਰਨ ਹੋ ਜਾਂਦਾ। ਸਹੀ ਜਨ ਪੂਰੇ, ਉਹ ਪੂਰਨ ਹੋ ਜਾਂਦਾ ਹੈ, ਉਹ ਰੱਜ ਜਾਂਦਾ ਹੈ, ਉਹ ਤ੍ਰਿਪਤ ਹੋ ਜਾਂਦੇ ਨੇ ਜਿਹੜੇ ਪਰਮਾਤਮਾ ਦੇ ਨਾਮ ਨੂੰ ਗਾਉਂਦੇ ਹਨ। ਤ੍ਰਿਪਤ ਅਗਾਏ ਸਹੀ ਜਨ ਪੂਰੇ, ਸੁਖ ਨਿਦਾਨ ਹਰ ਗਾਇਆ। ਸੁੱਖਾਂ ਦੇ ਖਜ਼ਾਨੇ ਪਰਮਾਤਮਾ ਨੂੰ ਜਿਨ੍ਹਾਂ ਨੇ ਗਾਇਆ, ਕਹਿੰਦੇ ਉਹ ਤ੍ਰਿਪਤ ਹੋ ਗਏ, ਉਹ ਮਾਇਆ ਵੱਲੋਂ ਰੱਜ ਗਏ, ਉਹ ਪੂਰਨ ਹੋ ਗਏ। ਤ੍ਰਿਪਤ ਅਗਾਏ ਸਈ ਜਨ ਪੂਰੇ, ਤ੍ਰਿਪਤ ਅਗਾਏ ਸਈ ਜਨ ਪੂਰੇ। ਤ੍ਰਿਪਤ ਅਗਾਏ ਸਈ ਜਨ ਪੂਰੇ, ਸੁਖ ਨਿਦਾਨ ਹਰ ਗਾਇਆ, ਸੁਖ ਨਿਦਾਨ ਹਰ ਗਾਇਆ। ਜਾ ਕੋ ਟੇਕ ਤੁਮਾਰੀ ਸੁਆਮੀ, ਜਾ ਕੋ ਜਿਸ ਨੂੰ, ਹੈ ਪਰਮਾਤਮਾ, ਹੈ ਸੁਆਮੀ, ਹੈ ਮਾਲਕ, ਜਿਹਨੂੰ ਤੇਰਾ ਓਟ ਆਸਰਾ ਹੈ, ਤਾ ਕੋ ਨਾ ਹੀ ਚਿੰਤਾ, ਉਹਨੂੰ ਕੋਈ ਚਿੰਤਾ ਨਹੀਂ। ਕਿਉਂਕਿ ਸੰਸਾਰ ਦੀ ਸਭ ਤੋਂ ਮਹਾਨ ਸ਼ਕਤੀ ਦਾ ਨੇ ਓਟ ਆਸਰਾ ਲਿਆ ਹੋਇਆ ਹੈ, ਉਹਨੂੰ ਕੋਈ ਚਿੰਤਾ ਨਹੀਂ। ਅਸੀਂ ਤਾਂ ਓਟ ਆਸਰਾ ਰਿਸ਼ਤੇਦਾਰਾਂ ਦਾ, ਦੋਸਤ ਮਿੱਤਰ ਦਾ, ਕਿਸੇ ਲੀਡਰ ਦਾ, ਕਿਸੇ ਹੋਰ ਦਾ ਲੱਭਦੇ ਰਹਿੰਦੇ। ਜਿਨ੍ਹਾਂ ਨੂੰ ਪਰਮਾਤਮਾ ਦਾ ਓਟ ਆਸਰਾ ਹੈ, ਕਦੇ ਉਹਨੂੰ ਕੋਈ ਚਿੰਤਾ ਨਹੀਂ ਹੁੰਦੀ। ਜਾ ਕੋ ਟੇਕ ਤੁਮਾਰੀ ਸੁਆਮੀ, ਤਾ ਕੋ ਨਾ ਹੀ ਚਿੰਤਾ। ਜਾ ਕੋ ਦਇਆ ਤੁਮਾਰੀ ਹੋਈ, ਹੈ ਪਰਮਾਤਮਾ ਜਿਸ ਤੇ ਤੂੰ ਦਇਆ ਕਰ ਦਿੱਤੀ ਨਾ, ਸੇ ਸ਼ਾਹ ਭਲੇ ਭਗਵੰਤ, ਉਹ ਤੇ ਸ਼ਾਹੂਕਾਰ ਹੋ ਗਏ, ਉਹ ਤੇ ਭਗਵੰਤਾ ਭਾਗਾਂ ਵਾਲੇ ਹੋ ਗਏ। ਜਿਸ ਤੇ ਤੇਰੀ ਦਇਆ ਹੋ ਗਈ, ਜਿਸ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੋ ਗਈ, ਉਹ ਤੇ ਸ਼ਾਹ ਹੋ ਗਏ, ਉਹ ਤੇ ਭਾਗਾਂ ਵਾਲੇ ਹੋ ਗਏ।
जाको टेक तुम्हारी स्वामी, जाको टेक तुम्हारी स्वामी, जाको टेक तुम्हारी स्वामी, जाको टेक तुम्हारी स्वामी। ताको नाही चिंता, ताको नाही चिंता, ताको नाही चिंता, ताको नाही चिंता। जाको दया तुम्हारी होई, जाको दया तुम्हारी होई, जाको दया तुम्हारी होई, जाको दया तुम्हारी होई। से शापले भगवंता, से शापले भगवंता, शापरे भगवंता, शापरे भगवंता। ਅੱਗੇ ਕਹਿੰਦੇ ਪਰਮ ਮੋਹ ਧਰੋ ਸਭ ਨਿਕਸੇ, ਜਬ ਕਾ ਦਰਸ਼ਨ ਪਾਇਆ। ਹੇ ਪਰਮਾਤਮਾ, ਜਦੋਂ ਦਾ ਮੈਂ ਤੇਰਾ ਦਰਸ਼ਨ ਕੀਤਾ ਨਾ, ਮੇਰੇ ਅੰਦਰ ਉਹ ਭਰਮ, ਮੇਰੇ ਅੰਦਰ ਮੋਹ, ਧਰੋ ਹੁੰਦਾ ਕਿਸੇ ਨਾਲ ਧੋਖਾ ਠੱਗੀ ਕਰਨਾ, ਮੇਰੇ ਅੰਦਰ ਠੱਗੀ ਧੋਖਾ ਸਭ ਨਿਕਸੇ, ਸਾਰੇ ਨਿਕਲ ਗਏ ਹਨ। ਮੇਰੇ ਅੰਦਰ ਕੋਈ ਭਰਮ ਨਹੀਂ ਰਿਹਾ, ਕੋਈ ਮੋਹ ਨਹੀਂ ਰਿਹਾ, ਕਿਸੇ ਨਾਲ ਕੋਈ ਧਰੋ ਕਮਾਣਾ ਨਹੀਂ ਰਿਹਾ, ਜਦੋਂ ਦਾ ਮੈਂ ਤੇਰਾ ਦਰਸ਼ਨ ਕੀਤਾ। ਵਰਤਨ ਨਾਮ ਨਾਨਕ ਸੱਚ ਕੀਨਾ, ਹਰ ਨਾਮੇ ਰੰਗ ਸਮਾਇਆ। ਗੁਰੂ ਮਹਾਰਾਜ ਕਹਿੰਦੇ ਅਸੀਂ ਤੇ ਪਰਮਾਤਮਾ ਦੇ ਨਾਮ ਨੂੰ ਵਰਤਨ ਵਾਲੀ ਚੀਜ਼ ਬਣਾਈ ਹੈ। ਜਿਵੇਂ ਆਪਾਂ ਚੀਜ਼ਾਂ ਵਰਤਦੇ ਹਾਂ, ਕਹਿੰਦੇ ਅਸੀਂ ਤਾਂ ਪਰਮਾਤਮਾ ਦੇ ਨਾਮ ਨੂੰ ਵਰਤਨ ਵਾਲੀ ਚੀਜ਼ ਬਣਾਈ ਹੈ। ਹਰ ਨਾਮੇ ਰੰਗ ਸਮਾਇਆ, ਅਸੀਂ ਦੇ ਪਿਆਰ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਲੀਨ ਹੋ ਗਏ ਹਾਂ, ਉਹਦੇ ਪਿਆਰ 'ਚ ਅਸੀਂ ਲੀਨ ਹੋ ਗਏ। ਆਸਾ ਮਹਿਲਾ ਪੰਜਵਾਂ। ਜਨਮ ਜਨਮ ਕੀ ਮਲ ਧੋਵੈ ਭਰਾਈ, ਆਪਣਾ ਕੀਤਾ ਪਾਵੈ ਇਹਾਂ ਸੁਖ ਨਹੀਂ ਦਰਗਹ ਢੋਈ। ਇਹ ਚਿਰ ਨਹੀਂ ਸ਼ਬਦ ਹੈ ਨਾ, ਇਹ ਦੇਲੀ ਦੀਪਕ ਹੈ। ਇਹਾਂ ਸੁਖ ਨਹੀਂ, ਜਦੋਂ ਅਰਥ ਕਰਨੇ ਫਿਰ ਇਸਰ ਕਰਨੇ। ਇਹਾਂ ਸੁਖ ਨਹੀਂ, ਨਹੀਂ ਦਰਗਹ ਢੋਈ। ਇਹਾਂ ਸੁਖ ਨਹੀਂ ਦਰਗਹ ਢੋਈ, ਜੰਪੁਰ ਜਾਏ ਪਚਾਵੇ। ਕੌਣ? ਅੱਗੇ ਕਹਿੰਦੇ ਨਿੰਦਕ। ਨਿੰਦਕ ਜਿਹੜਾ ਦੂਜਿਆਂ ਦੀ ਨਿੰਦਿਆ ਕਰਦਾ ਨਾ, ਕਹਿੰਦਾ ਜਨਮ ਜਨ ਕੀ ਮਲ ਧੋਵੈ ਭਰਾਈ, ਉਹ ਤਾਂ ਦੂਜਿਆਂ ਦੀ ਜਨਮਾਂ ਜਨਮਾਂਤਾਂ ਦੀ ਮੈਲ ਧੋਂਦਾ ਰਹਿੰਦਾ। ਆਪਣਾ ਕੀਤਾ ਪਾਵੇ, ਕਿਉਂਕਿ ਨਿੰਦਿਆ ਕਰਦਾ ਰਹਿੰਦਾ, ਫਿਰ ਉਹਦੇ ਫਲ ਵੀ ਭੋਗਦਾ ਰਹਿੰਦਾ। ਕਿਉਂਕਿ ਹਰ ਇਨਸਾਨ ਜੋ ਕਰਮ ਕਰ ਰਿਹਾ ਉਹਦਾ ਫਲ ਤਾਂ ਉਹਨੇ ਭੋਗਣਾ ਹੀ ਭੋਗਣਾ। ਚੰਗਾ ਕਰ ਲਓ, ਮੰਦਾ ਕਰ ਲਓ, ਚੰਗੇ ਦਾ ਫਲ ਚੰਗਾ, ਮੰਦੇ ਦਾ ਮੰਦਾ। ਦਾਨ ਦਿਓਗੇ ਅਮੀਰੀ ਮਿਲੇਗੀ, ਲੁੱਟਾ ਖੁਆ ਕਰੋਗੇ ਗਰੀਬੀ ਮਿਲੇਗੀ। ਦੁੱਖ ਦਿਓਗੇ ਦੁੱਖ ਮਿਲੇਗਾ, ਸੁੱਖ ਦਿਓਗੇ ਸੁੱਖ ਮਿਲੇਗਾ। ਉਹੀ ਖੁਸ਼ੀ ਮਿਲਣਾ ਜੋ ਅਸੀਂ ਕਰ ਰਹੇ ਹਾਂ, ਜੋ ਅਸੀਂ ਕੀਤਾ। ਕਈਆਂ ਨੂੰ ਕਰਮਾਂ ਦਾ ਫਲ ਇਸੇ ਜਨਮ 'ਚ ਮਿਲ ਜਾਂਦਾ ਹੈ, ਕਈਆਂ ਨੂੰ ਕਰਮਾਂ ਦਾ ਫਲ ਅਗਲੇ ਜਨਮ 'ਚ ਮਿਲਦਾ ਹੈ। ਆਹ ਜਿਨ੍ਹਾਂ ਨੂੰ ਜੇਲਾਂ ਹੋਈਆਂ ਨੇ, ਇਹਨਾਂ ਨੂੰ ਇਸੇ ਜਨਮ ਦੇ ਕਰਮ ਦਾ ਫਲ ਮਿਲਿਆ ਹੋਇਆ ਹੈ, ਇਹਨਾਂ ਕੋਈ ਪਿਛਲੇ ਜਨਮ ਦਾ ਨਹੀਂ ਮਿਲਿਆ ਹੋਇਆ। ਇਸੇ ਜਨਮ 'ਚ ਇਹਨਾਂ ਕੁਝ ਕੀਤਾ ਜਿਹਦੇ ਕਾਰਨ ਇਹ ਜੇਲਾਂ 'ਚ ਗਏ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜਾ ਨਿੰਦਕ ਹੈ ਨਾ, ਇਹ ਜਨਮ ਜਨਮ ਕੀ ਮਲ ਧੋਵੈ ਭਰਾਈ। ਇਹ ਪਰਾਇਆਂ ਦੀ ਮੈਲ ਧੁੰਦ, ਮਨ ਦੀ ਮੈਲ ਧੁੰਦਾ ਰਹਿੰਦਾ। ਆਪਣਾ ਕੀਤਾ ਪਾਵੇ, ਫਿਰ ਕਿਉਂਕਿ ਨਿੰਦਿਆ ਕਰਦਾ ਹੈ, ਫਿਰ ਉਹਦਾ ਫਲ ਭੁਗਦਾ। ਇਹਾਂ ਸੁਖ ਨਹੀਂ ਦਰਗਾਹ ਢੋਈ, ਜੰਪੁਰ ਜਾਏ ਪਚਾਵੇ। ਨਾ ਉਹਨੂੰ ਇਸ ਲੋਕ 'ਚ ਸੁੱਖ, ਨਾ ਦਰਗਾਹ 'ਚ ਕੋਈ ਓਟ ਆਸਰਾ। ਇਸ ਲੋਕ ਇਹਾਂ ਮੈਨੇ ਇਸ ਸੰਸਾਰ ਵਿੱਚ ਉਹਨੂੰ ਕੋਈ ਸੁੱਖ ਨਹੀਂ ਮਿਲਦਾ, ਅਤੇ ਪਰਮਾਤਮਾ ਦੀ ਦਰਗਾਹ 'ਚ ਉਹਨੂੰ ਕੋਈ ਵੜਨ ਨਹੀਂ ਦਿੰਦਾ, ਕੋਈ ਉਹਨੂੰ ਓਟ ਆਸਰਾ ਨਹੀਂ ਮਿਲਦਾ। ਫਿਰ ਉਹ ਕਿੱਥੇ ਜਾਂਦਾ? ਜੰਪੁਰ ਜਾਏ ਪਚਾਵੇ। ਉਹ ਜੰਮਪੁਰੀ 'ਚ ਜਾਂਦਾ ਹੈ, ਅਤੇ ਉੱਥੇ ਜਿਹੜਾ ਦੁਖੀ ਹੁੰਦਾ, ਪਚਾਇਆ ਹੁੰਦਾ ਦੁਖੀ ਹੋਣਾ, ਉੱਥੇ ਦੁਖੀ ਹੁੰਦਾ ਰਹਿੰਦਾ। ਨਿੰਦਕ ਅਹਿਲਾ ਜਨਮ ਗਵਾਇਆ। ਅਹਿਲਾ ਹੁੰਦਾ ਸਭ ਤੋਂ ਵਧੀਆ। ਨਿੰਦਕ ਅਹਿਲਾ ਜਨਮ ਗਵਾਇਆ। ਇਹ ਮਨੁੱਖਾ ਜੀਵਨ ਨੂੰ ਨਾ ਅਹਿਲਾ ਜਨਮ ਕਿਹਾ ਹੈ।
ਇਹ ਸਾਰੇ ਜਿਹੜਾ ਹੈ ਜੂਨੀਆਂ ਤੋਂ ਉੱਤਮ ਹੋਣ ਕਰਕੇ ਨਿੰਦਕ ਜਿਹੜਾ ਮਨੁੱਖਾ ਜੀਵਨ ਜੋ ਬਹੁਤ ਹੀ ਕੀਮਤੀ ਹੈ, ਆਹਲਾ ਦਰਜੇ ਦਾ ਹੈ, ਉਹਨੂੰ ਇਹ ਗਵਾ ਲੈਂਦਾ ਹੈ। ਪਹੁੰਚ ਨਾ ਸਾਕੇ ਕਾਹੂ ਬਾਤੈ, ਇਹਨੂੰ ਕਾਹੂ ਪੜ੍ਹਨਾ, ਕਾਹੂ ਨਹੀਂ ਕਿਤੇ ਪੜ੍ਹ ਦੇਣਾ। ਤਿੰਨ ਸ਼ਬਦ ਹੁੰਦੇ ਨੇ ਬਾਣੀ 'ਚ, ਜਾਹੂ ਕਾਹੂ ਤਾਹੂ, ਉਹ ਤਿੰਨੋਂ ਹੀ ਟਿੱਪੀ ਤੋਂ ਬਿਨਾਂ ਪੜ੍ਹਨੇ। ਕਾਹੂ ਕਿਸੇ, ਜਾਹੂ ਜਿਸ, ਤਾਹੂ ਉਸ। ਪਹੁੰਚ ਨਾ ਸਾਕੇ ਕਾਹੂ ਬਤ, ਕਿਸੇ ਵੀ ਗੱਲ ਨਾਲ ਉਹ ਭਗਤਾਂ ਦੇ ਬਰਾਬਰ ਨਹੀਂ ਪਹੁੰਚਦਾ ਜਿਨ੍ਹਾਂ ਦੀ ਨਿੰਦਿਆ ਕਰ ਰਿਹਾ ਹੈ। ਬਹੁਤ ਸਾਰੇ ਮਨੁੱਖ ਈਰਖਾ ਵਸ ਨਿੰਦਿਆ ਕਰਦੇ ਨੇ। ਈਰਖਾ ਹੁੰਦੀ, ਆਪ ਉਹ ਜਿਹੇ ਬਣ ਨਹੀਂ ਸਕਦੇ, ਉਹ ਦੂਜੇ ਦੇ ਲੱਤਾਂ ਖਿੱਚਦੇ ਰਹਿੰਦੇ ਨੇ। ਆ ਜਿਹੜੇ ਈਰਖਾਵਾਦੀ ਹੀ ਟੂਣੇ ਕਰਦੇ ਨੇ, ਆਪ ਉਹ ਜਿਹੇ ਬਣ ਨਹੀਂ ਸਕਦੇ, ਦੂਜਿਆਂ ਨੂੰ ਬਣਨ ਨਹੀਂ ਦਿੰਦੇ, ਉਹਨੂੰ ਬਰਬਾਦ ਕਰਨਾ ਚਾਹੁੰਦੇ ਨੇ। ਸਗੋਂ ਪ੍ਰੇਰਨਾ ਲੈਣੀ ਚਾਹੀਦੀ ਵੀ ਇਹ ਕਿਵੇਂ ਬਣ ਗਿਆ। ਹਾਂ, ਜੇ ਤਾਂ ਗਲਤ ਤਰੀਕੇ ਨਾਲ ਬਣਿਆ ਹੈ ਫਿਰ ਤਾਂ ਉਹਦੀ ਨਕਲ ਕਰਨ ਦੀ ਲੋੜ ਨਹੀਂ, ਫਿਰ ਤਾਂ ਆਪਾਂ ਤਾਂ ਗਲਤ ਕੰਮ ਕਰਨੇ ਨਹੀਂ। ਜੋ ਸਹੀ ਤਰੀਕੇ ਨਾਲ ਤਰੱਕੀ ਕਰ ਗਿਆ, ਸਗੋਂ ਉਹਦੀ ਨੇੜਤਾ ਕਰੋ, ਉਸ ਤੋਂ ਸਿੱਖੋ ਵੀ ਕਿਵੇਂ ਤਰੱਕੀ ਕਰ ਗਿਆ, ਅਸੀਂ ਵੀ ਕਰੀਏ। ਇਸ ਲਈ ਕਿਸੇ ਵੀ ਬਾਤ ਦੇ ਨਾਲ, ਕਿਸੇ ਵੀ ਤਰੀਕੇ ਨਾਲ ਜਿਹਦੀ ਨਿੰਦਿਆ ਕਰੇ ਉਹਦੇ ਤੱਕ ਨਹੀਂ ਪਹੁੰਚ ਸਕਦਾ। ਅੱਗੇ ਠੌਰ ਨਾ ਪਾਇਆ, ਅੱਗੇ ਉਹਨੂੰ ਰਹਿਣ ਨੂੰ ਥਾਂ ਨਹੀਂ ਮਿਲਦੀ। ਠੌਰਨ ਦੀ ਥਾਂ, ਅੱਗੇ ਉਹਨੂੰ ਰਹਿਣ ਨੂੰ ਥਾਂ ਨਹੀਂ ਮਿਲਦੀ, ਦੁਬਾਰਾ ਨੂੰ ਜਨਮ ਲੈਣੇ ਪੈਂਦੇ। ਰਹਾਓ ਕਿਰਤ ਪਿਆ ਨਿੰਦਕ ਬਪਰੇ ਕਾ, ਕਿਆ ਉਹ ਕਰੇ ਵਿਚਾਰਾ। ਕਿਰਤ ਕੀ ਹੁੰਦਾ? ਕਿਸੇ ਕੰਮ ਨੂੰ ਅਸੀਂ ਵਾਰੀ ਵਾਰੀ ਕਰਦੇ ਰਹੀਏ, ਉਹਦਾ ਸੰਸਕਾਰ ਬਣ ਜਾਂਦਾ ਸਾਡੇ ਮਨ 'ਤੇ। ਉਹ ਜਿਹੜੇ ਸੰਸਕਾਰ ਬਣ ਗਿਆ ਹੈ, ਉਹ ਅਗਲੇ ਜਨਮ ਦੇ ਵਿੱਚ ਆਦਤ ਬਣ ਜਾਂਦੀ ਹੈ। ਪਿਛਲੇ ਜਨਮ ਜਿਹੜਾ ਸ਼ਰਾਬ ਪੀਂਦਾ ਰਿਹਾ ਹੈ, ਉਹਦਾ ਇੱਕ ਸੰਸਕਾਰ ਬਣ ਗਿਆ ਹੈ, ਉਹ ਇਸ ਜਨਮ 'ਚ ਪੀਏਗਾ ਹੀ ਪੀਏਗਾ, ਬਸ ਉਹਨੂੰ ਮੌਕਾ ਮਿਲਣਾ ਚਾਹੀਦਾ। ਜਿਹੜਾ ਪਿਛਲੇ ਜਨਮ 'ਚ ਚੋਰੀਆਂ ਕਰਦੇ ਰਿਹਾ ਹੈ, ਉਹਦਾ ਸੰਸਕਾਰ ਬਣ ਗਿਆ, ਕਿਰਤ ਬਣ ਗਈ ਉਹਦੀ, ਉਹ ਇਸ ਜਨਮ 'ਚ ਚੋਰੀ ਕਰੇਗਾ ਹੀ ਕਰੇਗਾ। ਜਿਹੜਾ ਪਿਛਲੇ ਜਨਮ 'ਚ ਭਗਤੀ ਕਰਦਾ ਰਿਹਾ, ਉਹਦਾ ਸੰਸਕਾਰ ਬਣ ਗਿਆ ਹੈ, ਉਹ ਕਿਰਤ ਬਣ ਗਈ ਉਸ ਦੀ, ਇੱਥੇ ਆ ਕੇ ਜਨਮ 'ਚ ਭਗਤੀ ਕਰੇਗਾ ਹੀ ਕਰੇਗਾ। ਇਹ ਕਿਰਤ ਬਣ ਜਾਂਦਾ ਹੈ। ਕਿਸੇ ਕਰਮ ਨੂੰ ਤੁਸੀਂ ਵਾਰੀ ਵਾਰੀ ਕਰਦੇ ਹੋ, ਉਹ ਕਿਰਤ ਹੋ ਜਾਂਦੀ ਹੈ। ਕਿਰਤ ਪਿਆ ਨਿੰਦਕ ਬਪਰੇ ਕਾ, ਹੁਣ ਉਹ ਤਾਂ ਆਦਤ ਪੈ ਗਈ ਉਹਨੂੰ। ਤੇ ਪਿਛਲੇ ਜਨਮ ਵਿੱਚ ਨਿੰਦਿਆ ਕਰਦਾ ਰਿਹਾ ਸੀ, ਹੁਣ ਉਹ ਸੰਸਕਾਰ ਬਣ ਗਿਆ, ਹੁਣ ਆਦਤ ਪੈ ਗਈ, ਉਹਨੇ ਨਿੰਦਿਆ ਕਰਨੀ ਹੀ ਕਰਨੀ ਹੈ। ਕਿਆ ਉਹ ਕਰੇ ਵਿਚਾਰਾ, ਉਹ ਵਿਚਾਰਾ ਕੀ ਕਰੇ, ਉਹਨੂੰ ਆਦਤ ਪੈ ਗਈ ਹੈ, ਉਹਦੀ ਕਿਰਤ ਸੀ। ਉਹ ਤਹਾਂ ਬਿਗੂਤਾ ਜਹ ਕੋਏ ਨਾ ਰੱਖੈ, ਉਹ ਕਿਸ ਪੈ ਕਰੇ ਪੁਕਾਰ। ਬਿਗੂਤਾ ਦਾ ਖੁਆਰ ਹੋਣਾ, ਉਹ ਉੱਥੇ ਖੁਆਰ ਹੁੰਦਾ ਹੈ, ਬਰਬਾਦ ਹੁੰਦਾ, ਜਿੱਥੇ ਕੋਈ ਵੀ ਉਹਨੂੰ ਬਚਾ ਨਹੀਂ ਸਕਦਾ। ਉਹ ਕਿਸ ਪੈ ਕਰੇ ਪੁਕਾਰਾ, ਕਿਹਦੇ ਕੋਲ ਪੁਕਾਰ ਕਰੇ ਉਹ, ਕਿਉਂਕਿ ਪਰਮਾਤਮਾ ਨੂੰ ਤਾਂ ਚੰਗਾ ਹੀ ਨਹੀਂ ਲੱਗਦਾ। ਕਹਿੰਦਾ ਤੂੰ ਮੇਰੇ ਭਗਤਾਂ ਦੀ ਵਡਿਆਈ ਕਰਨ ਦੀ ਬਜਾਏ ਉਹਨਾਂ ਦੀ ਨਿੰਦਿਆ ਕਰਦਾ ਹੈ, ਉਹ ਤਾਂ ਸਗੋਂ ਦੂਰ ਹੀ ਸਜ਼ਾ ਮਿਲਦੀ ਹੈ। ਵਡਿਆਈ ਕਰਨ ਵਾਲੇ ਨੂੰ ਦੂਰ ਹੀ ਖੁਸ਼ੀ ਮਿਲਦੀ ਹੈ ਪਰਮਾਤਮਾ ਦਰ 'ਤੇ, ਵੀ ਤੂੰ ਮੇਰੀ ਵਡਿਆਈ ਕੀਤੀ। ਜਿਹੜਾ ਮੇਰੀ ਵਡਿਆਈ ਕਰਦਾ, ਤੂੰ ਵੀ ਅੱਗੇ ਉਹਦੀ ਵਡਿਆਈ ਕੀਤੀ। ਇੱਕ ਬੰਦਾ ਰੱਬ ਦੀ ਵਡਿਆਈ ਕਰ ਰਿਹਾ, ਭਜਨ ਬੰਦਗੀ ਕਰ ਰਿਹਾ, ਦੂਜਾ ਉਹਦੀ ਨਿੰਦਿਆ ਕਰ ਰਿਹਾ। ਨਿੰਦਕ ਕੀ ਗਤ ਕਤਹੂ ਨਾਹੀਂ, ਖਸਮੈ ਏਵੇਂ ਭਣ ਏਵੇਂ। ਰੱਬ ਨੂੰ ਇਸ ਤਰ੍ਹਾਂ ਹੀ ਚੰਗਾ ਲੱਗਦਾ ਕਿ ਨਿੰਦਕ ਦੀ ਗਤੀ ਨਹੀਂ ਹੁੰਦੀ, ਉਹ ਮੁੜ ਕੇ ਜਨਮ ਲਈ ਜਾਂਦਾ ਹੈ, ਉਹ ਜੰਮਣ ਮਰ ਤੋਂ ਰਹਿਤ ਹੁੰਦਾ ਹੀ ਨਹੀਂ ਹੈ। ਜਿਉ ਜੋ ਨਿੰਦ ਕਰੇ ਸੰਤਨ ਕੀ, ਤਿਉ ਸੰਤਨ ਸੁਖ ਮਨ। ਜਿਹੜਾ ਜਿਉਂ ਕੋਈ ਨਿੰਦਿਆ ਸੰਤਾਂ ਦੀ ਕਰਦਾ, ਸੰਤਾਂ ਨੂੰ ਖੁਸ਼ੀ ਹੁੰਦੀ ਹੈ। ਹੁਣ ਸੰਤ ਹੀ ਕੋਈ ਵਿਰਲਾ ਟਾਮਾ ਰਹਿ ਗਿਆ ਜਿਹਨੂੰ ਨਿੰਦਿਆ ਸੁਣ ਕੇ ਖੁਸ਼ੀ ਹੁੰਦੀ ਹੋਵੇ। ਇੱਥੇ ਤਾਂ ਉਹਦੀ ਦੂਜੇ ਦੇ ਤਵਾ ਲਾਉਣਾ ਸ਼ੁਰੂ ਕਰ ਦਿੰਦੇ, ਉਹ ਉਹਦੀ ਨਿੰਦਿਆ ਕਰ ਰਿਹਾ, ਮਗਰੋਂ ਫਿਰ ਡਾਂਗੋ ਸੁੱਟੀ ਹੁੰਦੇ ਨੇ। ਮੈਂ ਕੋਈ ਵਿਰਲਾ ਟਾਵੇਂ ਸੰਤ ਰਹਿ ਗਿਆ ਫਿਰ, ਇਹ ਜਿਹੜਾ ਇੱਥੇ ਆ ਕੇ ਪਹੁੰਚੇਗਾ।
भी कोई निंदा करी जा वो सोचता निंदक हमरे कपड़े धोए। कबीर साहब कहते निंदक साढ़े कपड़े धो रहे, साड़ी मैल साफ कर रहा है। क्योंकि निंदा कर जो निंदा सुनता बंदा वो सावधान हो जाता है, वो फिर अपने अंदर झाती मारदा भी जिहड़ी ये गल कह रहा किते मेरे च है तो नहीं, जे है तो उहनूं ठीक कर लैंदा है। वो कहता निंदक ने मेरा भला किया है, मेरा नुक्स मेरा दसिया है, मैं वो नुक्स दूर कर लिया है। इसलिए संतां नूं तां सुख मिलता है जदों उन्हां दी कोई निंदा करता है। पर मैं कल बैठ के सोच रहा सी भी इहो जिहा संत ही कोई विरला टावा होना है जिहड़ा अपनी निंदा सुन के तकलीफ ना होवे। जिहड़े ते सियाणे ने वो चुप कर रहिंदे ने, कोई रिएक्शन नहीं करते, पर अंदर फील करते रहंदे ने। इहदा मतलब अज हौमे है, उन्होंने सट वजी, साढ़े इधर हौमे है, जो साड़ी वडियाई करेगा असीं खुश हो जाएंगे, अंदरली हौमे खुश हो गई है। जो निंदा करे अंदरली हौमे नूं सट वजदी है, असीं उदास हो जाएंगे। जिहड़ा संत हुंदा, जिहड़ा रब नूं प्राप्त, संत कौन है जिन्हें रब की प्राप्ति कर ली, वो ब्रह्म ज्ञानी है। संत अनंत है अंतर नाहीं, संत ते परमात्मा च कोई फर्क ही नहीं। हुण परमात्मा नूं बड़े लोग गाला कढ़दे रहिंदे ने, कोई रब रुब नहीं है, एवें मरी दा गल, वो कुछ नहीं कहंदा, उन्होंने कोई तकलीफ नहीं हुंदी। वो कहंदा करी जा तैं भोगणे। हाँ भी तू बच तो सकता नहीं अपने कर्मां तो, करी जा निंदा जो करनी, ये तो भोगना तो फिर है ही है। सो जो जो निंद करे संतन की, त्यों संतन सुख माना। संतन नूं सुख करके जानते हैं भी चल भला होया निंदा करता है। संतां टेक तुम्हारी स्वामी, तू संतन का सहाई। संतां नूं ते हे परमात्मा तेरे ही ओट आसरा है, तू संतां दा सहाई है, सहायक है, सहायता करन वाला है। कहो नानक संत हर राखे, परमात्मा ने अपने संतां दी रखिया कीती। निंदक दिए रुड़ाई, अते निंदकां ने जिवें हड़ च रोड़ दी ना ऐ रोड़ता है। अपने संतां दी रखिया कीती, निंदकां नूं कहे तुसीं दफा हो जिथे मर्जी फिरी जाओ। क्योंकि संतां नूं परमात्मा दा ओट आसरा है, ते परमात्मा अपने संतां दा सहाई है, सहायता करता है। सत्कारयोग साथ से समा हो गया। वाहिगुरू जी का खालसा, वाहिगुरू जी की फतेह।